ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅਸੀਂ ਇਸ ਵੇਲੇ ਖੜੇ ਹਾਂ ਮੁਕਤਸਰ ਦੇ ਪਿੰਡ ਸੋਹਣਗੜ੍ਹ ਰੱਤੇਵਾਲ 'ਚ। ਮੇਰੇ ਨਾਲ ਨੇ ਇਸ ਇਲਾਕੇ ਦੇ ਪ੍ਰਸਿੱਧ ਸ਼ਖਸੀਅਤ ਤੇ ਵਕੀਲ ਕਮਲਜੀਤ ਹੇਅਰ ਜੀ। ਇਹਨਾਂ ਨੇ ਇੱਕ ਬੜਾ ਵੱਡਾ ਫਾਰਮ ਹਾਊਸ ਇੱਥੇ ਡਿਵੈਲਪ ਕੀਤਾ ਹੈ, ਇੱਕ ਬੜਾ ਵੱਡਾ ਸਿਸਟਮ ਇੱਥੇ ਡਿਵੈਲਪ ਕੀਤਾ ਜਿਹੜਾ ਕਿ ਖੇਤੀ ਨੂੰ ਇੱਕ ਨਵੇਂ ਹੀ ਰੂਪ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਜਿਹੜੀ ਉਹ ਨਾਮ ਦੇਤਾ। ਜਿਹੜੇ ਲੋਕ ਖੇਤੀ ਨੂੰ ਸਿਰਫ ਕਣਕ ਝੋਨਾ ਤੇ ਮਾੜੀਆਂ ਮੋਟੀਆਂ ਸਬਜ਼ੀਆਂ ਦੇ ਨਾਲ ਜੋੜ ਕੇ ਉਸ ਨੂੰ ਇੱਕ ਪੁਰਾਣੇ ਕਨਸੈਪਟ ਦੇ ਨਾਲ ਚੱਲੇ ਆ ਰਹੇ ਸੀ ਪਿਛਲੇ ਕੁਝ ਦਹਾਕਿਆਂ ਤੋਂ, ਉਸ ਨੂੰ ਇਹਨਾਂ ਨੇ ਇੱਕ ਅਜਿਹਾ ਰੂਪ ਦੇ ਦਿੱਤਾ ਜਿੱਥੇ ਅੱਜ ਲੋਕ ਜਿਹੜਾ ਉਹ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਟੂਰਿਜ਼ਮ ਦੇ ਤੌਰ ਦੇ ਉੱਤੇ ਡਿਵੈਲਪ ਹੋ ਰਿਹਾ। ਇਹਦੇ ਇੱਕ ਅਕੈਡਮਿਕ ਮਾਹੌਲ ਦੇ ਰੂਪ ਦੇ ਵਿੱਚ ਡਿਵੈਲਪ ਹੋ ਰਿਹਾ, ਜਿੱਥੇ ਖੇਤੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਖੇਤੀ ਬਾਰੇ ਪੜ੍ਹਾਇਆ ਜਾ ਰਿਹਾ, ਖੇਤੀ ਦੇ ਬਾਰੇ ਜਿਹੜੇ ਉਹ ਲੋਕਾਂ ਨੂੰ ਦਿਖਾਇਆ ਜਾ ਰਿਹਾ ਵੀ ਅਸੀਂ ਆਹ ਕੁਝ ਕੀਤਾ ਹੈਗਾ। ਖੇਤੀ ਨੂੰ ਇੱਕ ਟੂਰਿਜ਼ਮ ਦੇ ਤੌਰ ਦੇ ਉੱਤੇ ਜਿਹੜਾ ਉਹ ਇੱਥੇ ਇਸ ਚੀਜ਼ ਨੂੰ ਇੱਕ ਡਿਵੈਲਪ ਕੀਤਾ, ਇੱਥੋਂ ਤੱਕ ਕਿ ਇੱਥੇ ਇਹਨਾਂ ਨੇ ਬਕਾਇਦਾ ਤੌਰ ਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਵੀ ਜੇਕਰ ਕੋਈ ਇੱਥੇ ਆ ਕੇ ਖੇਤੀ ਬਾਰੇ ਕੁਝ ਬਹੁਤ ਡੂੰਘਾਈ ਨਾਲ ਜਾਣਨਾ ਚਾਹੁੰਦਾ ਤਾਂ ਉਹਨਾਂ ਵਾਸਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੈ, ਖਾਣ ਦਾ ਵੀ ਪ੍ਰਬੰਧ ਕੀਤਾ ਹੈ। ਮੇਰੇ ਨਾਲ ਕਮਲਜੀਤ ਜੀ ਹੇਅਰ ਜੀ ਨੇ। ਹੇਅਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਸਵਾਗਤ ਹੈ ਜੀ। ਧੰਨਵਾਦ ਜੀ, ਥੈਂਕ ਯੂ ਜੀ। ਹੇਅਰ ਸਾਹਿਬ, ਤੁਸੀਂ ਇੱਥੇ ਮੈਂ ਤੁਹਾਡੇ ਕੋਲੇ ਕਾਫੀ ਨਾਮ ਸੁਣਿਆ ਤੁਹਾਡਾ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਤੁਸੀਂ ਇਸ ਚੀਜ਼ ਨੂੰ ਡਿਵੈਲਪ ਕੀਤਾ ਹੈਗਾ। ਕਿੱਦਾਂ ਤੁਸੀਂ ਇੱਕ ਕਲਾਸਿਸ ਵੀ ਸਟਾਰਟ ਕੀਤੀਆਂ ਨੇ? ਪਿੱਛੇ ਕੁਝ ਕਨਸੈਪਟ ਸੀਗਾ ਵੀ ਇਹ ਖੇਤੀ ਨੂੰ ਥੋੜਾ ਜਿਹਾ ਬਦਲ ਕੇ ਤੁਸੀਂ ਉਸ ਨੂੰ ਕਲਾਸਾਂ ਦੇ ਵਿੱਚ ਲੈ ਆਂਦਾ ਇਹਦੇ ਵਿੱਚ? ਬਿਲਕੁਲ ਜੀ, ਮੇਰੇ ਗੁਰੂ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਦਾ ਸੁਪਨਾ ਸੀਗਾ ਕਿ ਅਸੀਂ ਇੱਕ ਟ੍ਰੇਨਿੰਗ ਇੰਸਟੀਚਿਊਟ ਖੜਾ ਕਰਾਂਗੇ, ਜੋ ਕੁਝ ਅਸੀਂ ਗਿਆਨ ਇਕੱਠਾ ਕੀਤਾ ਉਹਨੂੰ ਸਪਰੈਡ ਕਰਾਂਗੇ। ਤਾਂ ਅਸੀਂ ਇਹ ਟ੍ਰੇਨਿੰਗ ਇੰਸਟੀਚਿਊਟ ਜਿਹਦੀ ਬਿਲਡਿੰਗ ਬਣਨੀ ਹੁਣ ਸ਼ੁਰੂ ਹੋ ਗਈ ਹੈ। ਤਾਂ ਇਸ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਇੱਕ 5 ਡੇ ਟ੍ਰੇਨਿੰਗ ਸਟਾਰਟ ਕੀਤੀ ਹੈ। ਜਿਹੜੇ ਕਿਸਾਨ ਕੁਦਰਤੀ ਖੇਤੀ ਸਿੱਖਣਾ ਚਾਹੁੰਦੇ ਆ ਉਹਨਾਂ ਵਾਸਤੇ ਇਹ 5 ਦਿਨਾਂ ਦਾ ਟ੍ਰੇਨਿੰਗ ਕੋਰਸ ਹੈਗਾ, ਜਿਹਦੇ ਵਿੱਚ ਅਸੀਂ ਪਹਿਲੇ ਦਿਨ 1 ਵਜੇ ਸਟਾਰਟ ਕਰਦੇ ਹਾਂ ਤੇ ਲਾਸਟ ਵਾਲੇ ਦਿਨ ਅਸੀਂ 1 ਵਜੇ ਸਮਾਪਤ ਕਰ ਦਿੰਦੇ ਹਾਂ ਤੇ 12 ਸੈਸ਼ਨ ਹੁੰਦੇ ਆ ਇਹਦੇ ਵਿੱਚ। ਤਾਂ ਉਹ ਜਿਹੜਾ ਹੁਣ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਹੈਗਾ, ਇਹਦੇ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਰਿਆਣੇ ਤੋਂ ਵੀ ਕੁਝ ਕਿਸਾਨ ਆਏ ਹੋਏ ਆ ਤੇ ਉਹਦੀ ਹੁਣ ਟ੍ਰੇਨਿੰਗ ਚੱਲ ਰਹੀ ਹੈਗੀ ਹੈ। ਤੇ ਇਹ ਟ੍ਰੇਨਿੰਗ ਦੀਆਂ ਟੋਟਲ ਅਸੀਂ ਸਾਲ ਦੀਆਂ 10 ਟ੍ਰੇਨਿੰਗਾਂ ਲਾਉਂਦੇ ਹਾਂ ਤੇ ਜਿਹਦੇ ਵਿੱਚ ਸੈਸ਼ਨ ਚੱਲਦੇ ਰਹਿੰਦੇ, ਲੈਕਚਰ ਸਾਰਾ ਦਿਨ ਚੱਲਦੇ ਰਹਿੰਦੇ ਹੈਗੇ ਆ। ਆਨਲਾਈਨ ਸੈਸ਼ਨ ਵੀ ਕੁਝ ਹੁੰਦੇ ਆ ਇਹਦੇ ਵਿੱਚ। ਤੇ ਇਹਦੇ ਤੋਂ ਇਲਾਵਾ ਇੱਕ ਸਾਡੇ ਕੋਲੇ ਟ੍ਰੇਨਿੰਗ ਦਾ ਇੱਕ ਫਾਰਮ ਸਟੇ ਵੀ ਹੈਗਾ, ਜਿਹਦੇ ਵਿੱਚ ਕੋਈ ਖੇਤੀ ਸਿੱਖਣਾ ਚਾਹੁੰਦਾ ਹੋਵੇ ਤਾਂ ਉਹ ਸਾਡੇ ਕੋਲੇ 3 ਦਿਨ ਤੇ 2 ਰਾਤਾਂ ਦਾ ਇੱਕ ਪੈਕੇਜ ਹੈਗਾ ਤੇ ਉਹਦੇ ਵਿੱਚ ਉਹ ਸਾਡੇ ਕੋਲ ਇੱਥੇ ਰਹਿ ਕੇ ਖੇਤੀ ਸਿੱਖ ਸਕਦਾ ਹੈ। ਕਿਆ ਬਾਤ ਹੈ। ਮਤਲਬ ਇੱਕ ਤੁਸੀਂ ਰਿਹਾਇਸ਼ ਦਾ ਵੀ ਪ੍ਰਬੰਧ ਕਰਦੇ ਹੋ, ਖਾਣ ਪੀਣ ਦਾ ਵੀ ਇਹਨਾਂ ਦਾ ਪ੍ਰਬੰਧ ਕਰਦੇ। ਤੁਸੀਂ ਖੇਤੀ ਨੂੰ ਮਤਲਬ ਕੀ ਇਹੋ ਜਿਹਾ ਸਿਖਾਉਂਦੇ ਹੋ ਜਿਹੜਾ ਕਿ ਉਹ ਲੋਕੀ ਤੁਹਾਡੇ ਕੋਲ ਮਤਲਬ ਜਾਣ ਨੂੰ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਵੀ ਜਾ ਸਕਦੇ ਨੇ, ਉੱਥੇ ਵੀ ਜਾ ਕੇ ਉੱਥੇ ਖੇਤੀ ਦੀ ਟ੍ਰੇਨਿੰਗ ਲੈ ਸਕਦੇ, ਉੱਥੇ ਵੀ ਪੜ੍ਹਾਈ ਕਰ ਸਕਦੇ ਹੈਗੇ ਨੇ। ਉਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਕੰਮ ਇਹੋ ਜਿਹੀਆਂ ਹੋਣਗੀਆਂ, ਬਾਗਬਾਨੀ ਵਿਭਾਗ ਹੈਗੇ ਨੇ, ਖੇਤੀਬਾੜੀ ਵਿਭਾਗ ਹੈਗੇ ਨੇ, ਉਹਨਾਂ ਕੋਲੋਂ ਵੀ ਜਾ ਕੇ ਟ੍ਰੇਨਿੰਗ। ਤੁਹਾਡੇ ਕੋਲ ਲੋਕੀ ਕਿਉਂ ਆ ਰਹੇ ਨੇ? ਦੇਖੋ ਜੀ, ਸਨ 1970 ਤੱਕ ਜੇ ਖੇਤੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ 70 ਦਾ ਦਹਾਕਾ ਇੱਕ ਖੇਤੀ ਦੀ ਪੰਜਾਬ ਦੀ ਖੇਤੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ। ਸਨ 70 ਤੱਕ ਜੋ ਖੇਤੀ ਹੁੰਦੀ ਸੀ, ਉਸ ਤੋਂ ਬਾਅਦ ਖੇਤੀ ਦਾ ਮਾਡਲ ਚੇਂਜ ਹੋ ਗਿਆ। 70 ਤੋਂ ਬਾਅਦ ਆ ਕੇ ਕੈਮੀਕਲ ਮਾਡਲ ਖੇਤੀ ਦਾ ਆ ਗਿਆ। ਨਵਾਂ ਮਾਡਲ ਖੇਤੀ ਦਾ ਜਿਹੜਾ ਆਇਆ, ਇਹ ਮਾਡਲ ਸਸਟੇਨੇਬਲ ਮਾਡਲ ਨਹੀਂ ਸੀ। ਉਸ ਸਮੇਂ ਵੀ ਬੜੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਇਹ ਮਾਡਲ ਦੀ ਉਮਰ ਬਹੁਤ ਥੋੜੀ ਹੈ। ਤਾਂ ਇਹ ਉਮਰ 30 ਸਾਲ ਪਿਛਲੇ ਚੱਲ ਗਿਆ, 20 ਸਾਲ ਹੋਣੇ, 50 ਸਾਲ ਪੂਰੇ ਕਰ ਗਿਆ, ਇਹ ਮਾਡਲ ਖਤਮ ਹੋ ਗਿਆ, ਇਹ ਮਾਡਲ ਫੇਲ ਹੋ ਗਿਆ। ਤਾਂ ਹੁਣ ਸਾਨੂੰ ਖੇਤੀ ਦਾ ਬਦਲਵਾਂ ਮਾਡਲ ਲੱਭਣਾ ਪੈਣਾ ਹੈ। ਮਾਡਲ ਉਹੀ ਪੁਰਾਣਾ ਜਿਹੜਾ ਸਨ 70 ਵੇਲੇ ਤੱਕ ਹੁੰਦਾ ਆ, ਚੱਲੀ ਆ ਰਹੀ ਸੀ ਖੇਤੀ, ਲੇਕਿਨ ਉਸ ਮਾਡਲ ਨੂੰ ਸਮੇਂ ਦਾ ਹਾਣੀ ਬਣਾ ਕੇ ਪੇਸ਼ ਕਰਨਾ। ਤੇ ਮੈਂ ਉਹਦੇ ਤੇ ਕੰਮ ਕੀਤਾ ਹੈਗਾ। 70 ਦੇ ਮਾਡਲ ਨੂੰ ਸਮੇਂ ਦਾ ਹਾਣੀ ਬਣਾ ਕੇ ਉਹਨੂੰ ਅੱਜ ਦੇ ਹਾਲਾਤਾਂ ਦੇ ਮੁਤਾਬਕ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਖੇਤੀ ਨੂੰ ਇੱਕ ਨਵੇਂ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਹੈਗਾ ਕਿ ਜਿੱਥੇ ਵਨਸਪਤੀ ਜੀਵਾਂ ਦਾ ਪੋਸ਼ਣ ਕਰੇ ਤੇ ਜੀਵ ਵਨਸਪਤੀ ਦਾ ਪੋਸ਼ਣ ਕਰਨ। ਤਾਂ ਉਸ ਮਾਹੌਲ ਦੀ ਸਿਰਜਣਾ ਕੀਤੀ ਹੈਗੀ ਇਸ ਫਾਰਮ ਤੇ। ਉਸ ਵਿਵਸਥਾ ਨੂੰ ਦੇਖਣ ਵਾਸਤੇ ਲੋਕ ਇੱਥੇ, ਉਸ ਵਿਵਸਥਾ ਨੂੰ ਸਮਝਣ ਵਾਸਤੇ ਲੋਕ ਇੱਥੇ ਪੰਜਾਬ ਤੇ ਆਸੇ-ਪਾਸੇ ਸਟੇਟਾਂ ਤੋਂ ਆਉਂਦੇ ਨੇ ਤੇ ਉਸ ਵਿਵਸਥਾ ਦੀ ਸਿਰਜਣਾ ਹੀ ਖੇਤੀ ਹੈ। ਇਸ ਤਰ੍ਹਾਂ ਖੇਤੀ ਨੂੰ ਅਸੀਂ ਪਰਿਭਾਸ਼ਿਤ ਕੀਤਾ ਹੈ। ਕਿੰਨਾ ਕੁ ਤੁਹਾਡਾ ਮਤਲਬ ਇੱਥੇ ਕਿੰਨੇ ਕੁ ਸਟੂਡੈਂਟਸ ਆ ਜਾਂਦੇ ਨੇ, ਕਿੰਨੇ ਕੁ ਪਬਲਿਕ ਆ ਜਾਂਦੀ ਹੈ ਤੁਹਾਡੇ ਦੇਖਣ ਲਈ? ਕੀ ਹੈਗਾ? ਤੁਸੀਂ ਕਿਤੇ ਮਤਲਬ ਕੁਝ ਆਊਟਲੈਟ ਵੀ ਰੱਖੀ ਹੋਈ ਹੈ? ਹਾਂ, ਇਸ ਫਾਰਮ ਦੇ ਉੱਪਰ ਸਾਡੇ ਕੋਲੇ ਇਹ 20 ਏਕੜ ਦੇ ਵਿੱਚ ਫਾਰਮ ਹੈਗਾ, ਜਿਹਦੇ ਵਿੱਚ ਟੋਟਲ 1500 ਰੁੱਖ ਹੈਗਾ ਤੇ ਰੁੱਖਾਂ ਦੀਆਂ 100-150 ਦੇ ਕਰੀਬ ਪ੍ਰਜਾਤੀਆਂ ਨੇ ਰੁੱਖਾਂ ਦੀਆਂ, ਤੇ ਜਿਹਦੇ ਵਿੱਚ ਸਾਡੇ ਕੋਲੇ 40 ਕਿਸਮ ਦਾ ਫਰੂਟ ਹੈ। 20 ਕਿਸਮ ਦੀ ਫਰੂਟਿੰਗ ਹੋਣ ਲੱਗ ਪਈ ਹੈ ਤੇ ਬਾਕੀ ਹਜੇ ਥੋੜਾ ਲੇਟ ਚੱਲ ਰਿਹਾ ਹੈਗਾ। ਟੋਟਲ ਫਸਲਾਂ ਮੇਰੀਆਂ ਸਾਲ ਭਰ ਦੇ ਦੌਰਾਨ 50+ ਹੋ ਜਾਂਦੀਆਂ
ਸਾਡੇ ਕੋਲੇ ਹਰਬਲ ਪਾਰਕ ਹੈਗਾ, ਉਹਦੇ ਵਿੱਚ 50 ਤੋਂ ਉੱਪਰ ਕਿਸਮ ਦੀਆਂ ਜੜੀ ਬੂਟੀਆਂ ਨੇ। ਜੀਵ ਜਗਤ ਦੇ ਉੱਤੇ ਕਾਫੀ ਜ਼ਬਰਦਸਤ ਕੰਮ ਕੀਤਾ ਹੈਗਾ। ਮੁਰਗੀਆਂ ਦੀਆਂ 10 ਬਰੀਡਾਂ ਹੈਗੀਆਂ ਨੇ, ਬੱਕਰੀਆਂ, ਬੱਤਕਾਂ, ਖਰਗੋਸ਼, ਗਿਨੀ ਪੈਗ, ਕਬੂਤਰ, ਇਹ ਸਾਰਾ ਕੁਝ ਜੀਵ ਜਗਤ ਨੂੰ ਇੱਥੇ ਇਕੱਠਾ ਕੀਤਾ ਹੈਗਾ ਤੇ ਇੱਕ ਐਸੇ ਮਾਹੌਲ ਦੀ ਸਿਰਜਣਾ ਕੀਤੀ, ਉਸ ਜੰਗਲ ਵਾਲੇ ਮਾਹੌਲ ਦੀ, ਜਿੱਥੇ ਸਭ ਕੁਝ ਇੱਕ ਦੂਸਰੇ ਦੇ ਪੂਰਕ ਦੇ ਰੂਪ ਦੇ ਵਿੱਚ ਹੁੰਦਾ ਹੈ। ਤੁਸੀਂ ਸੇਲ ਵੀ ਕਰ ਰਹੇ ਹੋ ਇੱਥੇ ਕੋਈ ਜਿਹੜਾ ਆਊਟਲੈਟ ਸਮਾਨ ਜਿਹੜਾ ਤੁਸੀਂ ਬਣਾਉਂਦੇ ਜੋ ਸਾਡੀ ਫਾਰਮ ਦੀ ਪ੍ਰੋਡਿਊਸ ਹੈਗੀ ਹੈ ਉਹ ਸਾਰੀ ਇੱਥੋਂ ਫਾਰਮ ਤੋਂ ਹੀ ਸੇਲ ਕਰਦੇ ਹਾਂ। ਕੁਝ ਵੀ ਅਸੀਂ ਆਨਲਾਈਨ ਭੇਜਣ ਦੀ ਕਦੇ ਜ਼ਰੂਰਤ ਹੀ ਮਹਿਸੂਸ ਨਹੀਂ ਹੋਈ ਕਿ ਜਿੰਨੀ ਸਾਡੀ ਪ੍ਰੋਡਕਸ਼ਨ ਹੈਗੀ ਆ ਉਹ ਸਾਡੀ ਇੱਥੇ ਹੀ ਸੇਲ ਹੋ ਜਾਂਦੀ ਹੈ। ਤੇ ਕਿਉਂਕਿ ਜੇ ਤੁਹਾਡੀ ਪ੍ਰੋਡਿਊਸ ਦੇ ਵਿੱਚ ਦਮ ਹੈਗਾ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਤੇ ਇਹ ਤਾਂ ਸੋਨਾ ਹੈ, ਤਾਂ ਇਹਨੇ ਵਿਕਣਾ ਹੀ ਵਿਕਣਾ ਹੈਗਾ ਤੇ ਲੋਕ ਸਾਰੇ ਪੰਜਾਬ ਤੋਂ ਚੱਲ ਕੇ ਆ ਕੇ ਇੱਥੋਂ ਸਾਡਾ ਸਮਾਨ ਲੈ ਜਾਂਦੇ ਆ। ਮਾਰਕੀਟਿੰਗ ਦੀ ਕੋਈ ਇਸ਼ੂ ਨਹੀਂ ਹੈ। ਤੇ ਕਿੱਦਾਂ ਸਟੂਡੈਂਟਸ ਦੇ ਮਤਲਬ ਕਿੰਨੇ ਕੁ ਸਟੂਡੈਂਟਸ ਜਿਹੜੇ ਪਰ ਸਾਡੇ ਕੋਲੇ ਅਸੀਂ ਸਾਲ ਦੀਆਂ 10 ਟ੍ਰੇਨਿੰਗਾਂ ਲਾਉਂਦੇ ਆ। 9 ਟ੍ਰੇਨਿੰਗਾਂ ਸਾਡੀਆਂ ਛੋਟੀਆਂ ਟ੍ਰੇਨਿੰਗਾਂ ਹੁੰਦੀਆਂ, ਜਿਹਦੇ ਵਿੱਚ ਸਾਡੇ ਕੋਲੇ 15 ਕੁ ਜਾਣਿਆਂ ਦੀ ਕੈਪੈਸਿਟੀ ਹੁੰਦੀ ਹੈ ਰੱਖਣ ਦੀ, ਤੇ ਇੱਕ ਟ੍ਰੇਨਿੰਗ ਅਸੀਂ ਵੱਡੀ ਟ੍ਰੇਨਿੰਗ ਲਾਉਂਦੇ ਆ ਸਾਲ ਦੇ ਅਖੀਰ ਦੇ ਵਿੱਚ। 25 ਦਸੰਬਰ ਉਹਦੀ ਡੇਟ ਇੱਕੋ ਹੀ ਫਿਕਸ ਕੀਤੀ ਹੋਈ ਹੈ। ਉਸ ਟ੍ਰੇਨਿੰਗ ਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ ਨੈਕਸਟ ਜਿਹੜੀ ਟ੍ਰੇਨਿੰਗ ਹੋਊਗੀ ਉਹਦੇ ਵਿੱਚ 50 ਬੰਦਿਆਂ ਦੇ ਰਹਿਣ ਦਾ ਅਸੀਂ ਪ੍ਰਬੰਧ ਕਰਾਂਗੇ। 50 ਲੋਕ ਸਾਡੇ ਕੋਲ ਇੱਥੇ ਸਟੇ ਕਰ ਸਕਣਗੇ। ਯਾਨੀ ਕੋਲ 150 ਤੋਂ 200 ਬੰਦਾ ਜਿਹੜਾ ਤੁਸੀਂ ਸਾਲ ਦੇ ਵਿੱਚ ਟ੍ਰੇਨ ਕਰ ਦਿੰਦੇ ਹੋ? ਹਾਂ, ਇਹ ਸਾਡਾ ਇਹਨਾਂ ਅਸੀਂ ਕਰ ਪਾਵਾਂਗੇ। 150 ਤੋਂ 200 ਬੰਦਾ ਜਿਹੜਾ ਤੁਹਾਡੇ ਕੋਲ ਟ੍ਰੇਨਡ ਹੋ ਕੇ, ਕੀ ਸਿਰਫ ਟ੍ਰੇਨਿੰਗ ਦੇਣ ਤੋਂ ਬਾਅਦ ਤੁਸੀਂ ਕਦੇ ਚੈੱਕ ਕੀਤਾ ਵੀ ਉਹ ਅੱਗੇ ਕਿਤੇ ਸਕਸੈਸਫੁਲ ਹੋ ਸਕੇ ਨੇ ਕਿ ਨਹੀਂ ਹੋ ਸਕੇ, ਜਾਂ ਟ੍ਰੇਨਿੰਗ ਦਿੱਤੀ ਤੇ ਗੱਲ ਖਤਮ ਹੋ ਗਈ? ਬਿਲਕੁਲ, ਮੈਂ ਉਹਨਾਂ ਦਾ ਫੋਲੋਅਪ ਲੈਣਾ ਹੈਗਾ। ਅਸੀਂ WhatsApp ਗਰੁੱਪ ਬਣਾਇਆ ਹੋਇਆ, ਜੋ ਲੋਕ ਮੇਰੇ ਤੋਂ ਟ੍ਰੇਨਿੰਗ ਲੈ ਕੇ ਗਏ ਆ ਉਹਨਾਂ ਨੂੰ ਹੀ ਉਸ ਗਰੁੱਪ ਦੇ ਵਿੱਚ ਮੈਂ ਐਡ ਕੀਤਾ ਹੋਇਆ, ਤੇ ਉਹਨਾਂ ਦੇ ਜੋ ਵੀ ਸਵਾਲ ਜਵਾਬ ਹੈਗੇ ਆ ਉਹਨਾਂ ਨੂੰ ਮੈਂ ਉਹਨਾਂ ਦੇ ਰਿਪਲਾਈ ਕਰਦਾ ਹੈਗਾ, ਉਹਨਾਂ ਨੂੰ ਜਵਾਬ ਦਿੰਦਾ ਹੈਗਾ। ਤੇ ਉਹ ਸਕਸੈਸ ਹੋਏ ਨੇ ਕੋਈ ਜਾਂ ਕੁਝ? ਹਜੇ ਤਾਂ ਬੜੀ ਇਨੀਸ਼ੀਅਲ ਸਟੇਜ ਹੈਗੀ ਹੈ, ਹਜੇ ਆਪਾਂ ਨੂੰ ਸਕਸੈਸ ਨਹੀਂ ਕਹਿ ਸਕਦੇ ਕਿਉਂਕਿ ਮੇਰੀ ਟ੍ਰੇਨਿੰਗ ਸਟਾਰਟ ਹੋਈ ਨੂੰ ਹੀ ਹਜੇ 5-6 ਮਹੀਨੇ ਹੋਏ ਆ। ਪਰ ਮੇਰੇ ਸਕਸੈਸਫੁਲ ਮਾਡਲ ਹੈਗੇ ਨੇ ਜਿਨ੍ਹਾਂ ਨੂੰ ਮੈਂ ਸੁਜੈਸਟ ਕੀਤਾ ਹੈ, ਗਾਈਡ ਕੀਤਾ ਹੈ। ਲੋਹਾਰਾ ਫਾਰਮ ਦਾ ਬੜਾ ਵੱਡਾ ਨਾਮ ਹੈ ਮੋਗੇ ਦੇ ਕੋਲੇ, ਰਾਜਵਿੰਦਰ ਧਾਲੀਵਾਲ ਦਾ ਉਹ ਫਾਰਮ ਮੇਰਾ ਡਿਜ਼ਾਈਨ ਕੀਤਾ ਹੋਇਆ। ਤੇ ਇਸ ਤਰ੍ਹਾਂ ਹੋਰ ਵੀ 3-4 ਫਾਰਮ ਹੈਗੇ ਨੇ ਜਿਹੜੇ ਮੇਰੇ ਡਿਜ਼ਾਈਨ ਕੀਤੇ ਹੋਏ ਨੇ, ਉਹ ਬਹੁਤ ਵਧੀਆ ਐਸਟੈਬਲਿਸ਼ ਨੇ। ਤੁਸੀਂ ਕਹਿ ਰਹੇ ਸੀ ਵੀ ਕੁਝ ਕ੍ਰਿਕਟ ਦੀਆਂ ਹਸਤੀਆਂ ਵੀ ਤੁਹਾਡੇ ਨਾਲ ਕੰਟੈਕਟ ਕੀਤਾ ਜਿਨ੍ਹਾਂ ਨੇ ਤੁਹਾਨੂੰ ਕਹਿ ਰਹੇ ਡਿਵੈਲਪ ਕਰੋ? ਹਾਂ, ਬਿਲਕੁਲ, ਜਿੰਨੇ ਵੀ ਵੱਡੇ ਨਾਮ ਹੈਗੇ ਆ ਸਾਨੂੰ ਦੇਖਣ ਨੂੰ ਲੱਗਦੇ ਹੈਗੇ ਆ, ਉਹਨਾਂ ਨੂੰ ਸਿਹਤ ਦੀ ਪ੍ਰੋਬਲਮ ਤਾਂ ਸਭ ਨੂੰ ਹੈ ਨਾ, ਸਿਹਤ ਤਾਂ ਸਭ ਨੂੰ ਚਾਹੀਦੀ ਹੈ, ਤੇ ਉਹਨਾਂ ਦੇ ਵੀ ਫਾਰਮ ਡਿਜ਼ਾਈਨ ਕਰਨੇ ਹੈਗੇ ਆ। ਤੇ ਕਾਫੀ ਲੋਕ ਆਉਂਦੇ ਰਹਿੰਦੇ ਨੇ, ਤੇ ਪੋਲੀਟੀਸ਼ੀਅਨ ਵੀ ਹੈਗੇ ਆ, ਤੇ ਬੜੇ ਲੋਕ ਦੂਰ ਦੂਰ ਤੋਂ ਚੱਲ ਕੇ ਆਉਂਦੇ ਨੇ। ਪੰਮੀ ਬਾਈ ਜੀ ਮੇਰੇ ਦੋਸਤ ਨੇ, ਤੇ ਉਹ ਬਸ ਇਸੇ ਤਰ੍ਹਾਂ ਹੀ ਉਹ ਵੀ ਬੜੇ ਆਰਗੈਨਿਕ ਦੇ ਫੈਨ ਨੇ, ਤੇ ਉਹ ਸਮਾਨ ਲੈਣ ਵਾਸਤੇ ਉੱਥੋਂ ਪਟਿਆਲੇ ਤੋਂ ਚੱਲ ਕੇ ਆਉਂਦੇ ਨੇ। ਸੋ ਇਸੇ ਤਰ੍ਹਾਂ ਹੀ ਹੈਗਾ, ਸਭ ਠੀਕ ਚੱਲ ਰਿਹਾ। ਜੇ ਕਿਸੇ ਨੇ ਖੇਤੀ ਦਾ ਤੁਹਾਡਾ ਆਪਣਾ ਮਾਡਲ ਜਿਹੜਾ ਉਹ ਕਿਸੇ ਡਿਜ਼ਾਈਨ ਕਰਵਾਉਣਾ ਹੋਵੇ ਤੇ ਉਹ ਮਤਲਬ ਉਹਦੇ ਕੁਝ ਤੁਸੀਂ ਚਾਰजेस ਵੀ ਰੱਖੇ ਹੋਏ? ਹਾਂਜੀ ਬਿਲਕੁਲ ਜੀ, ਤੇ ਉਹਦੇ ਲਈ ਮੈਨੂੰ ਉਹਦੇ ਫਾਰਮ ਤੇ ਵਿਜ਼ਿਟ ਕਰਨਾ ਪੈਂਦਾ, ਮੇਰਾ ਸਮਾਂ ਵੀ ਲੱਗਦਾ ਹੈਗਾ, ਉਹਦੇ ਕੁਝ ਚਾਰजेस ਵੀ ਹੈਗੇ ਨੇ, ਤੇ ਉਹਦੀ ਸਾਈਜ਼ ਦੇ ਹਿਸਾਬ ਨਾਲ ਹੈਗੇ ਆ, ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ, ਉਹ ਅਸੀਂ ਡਿਜ਼ਾਈਨ ਕਰ ਲੈਂਦੇ ਹਾਂ। ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੂੰ ਵੀ ਸੱਦਿਆ ਹੋਇਆ, ਤੇ ਆਓ ਫਿਰ ਚੱਲਦੇ ਹਾਂ ਅੰਦਰ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ। ਬਹੁਤ ਧੰਨਵਾਦ। ਤੇ ਕਮਲਜੀਤ ਜੀ ਹੇਅਰ ਜੀ ਨੇ ਤਾਂ ਦੱਸਤਾ ਵੀ ਕਿਸ ਤਰੀਕੇ ਦੇ ਨਾਲ ਕੀ ਇਹਨਾਂ ਦਾ ਪਿੱਛੇ ਮਕਸਦ ਸੀਗਾ ਵੀ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ, ਇੱਥੇ ਕਲਾਸਿਸ ਸ਼ੁਰੂ ਕਰਵਾਉਣ ਦਾ, ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਅੱਗੇ ਹੋਰ ਖੇਤਾਂ ਦੀ ਡਿਜ਼ਾਈਨਿੰਗ ਵੀ ਜਿਹੜੀ ਆ ਇਹ ਕਰ ਰਹੇ ਨੇ, ਤਾਂ ਕਿ ਇੱਦਾਂ ਦੀ ਆਰਗੈਨਿਕ ਫਾਰਮਿੰਗ ਜਿਹੜੀ ਆ ਉਹ ਵੀ ਆਪਣੇ ਜਿਹੜੇ ਇਲਾਕੇ ਦੇ ਵਿੱਚ ਜਾ ਕੇ ਸਟਾਰਟ ਕਰ ਸਕਣ। ਅੰਦਰ ਕਲਾਸ ਚੱਲ ਰਹੀ ਆ, ਆਪਾਂ ਅੰਦਰ ਚੱਲਦੇ ਹਾਂ। ਉਸ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨਾਲ ਗੱਲ ਕਰ ਲਈਏ, ਉਹ ਵੀ ਇੱਥੇ ਪਹੁੰਚੇ ਨੇ, ਆਓ ਗੱਲ ਕਰਦੇ ਹਾਂ। ਸੋ ਕਮਲਜੀਤ ਹੇਅਰ ਜੀ ਨੇ ਤੇ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਦਿੱਤੀ ਹੈ, ਤੇ ਡਾਕਟਰ ਅਮਰ ਸਿੰਘ ਆਜ਼ਾਦ ਵੀ ਇੱਥੇ ਪਹੁੰਚੇ ਹੋਏ ਨੇ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪਟਿਆਲਾ ਤੋਂ ਖਾਸ ਕਰ ਇੱਥੇ ਪਹੁੰਚੇ ਨੇ, ਕੀ ਕਾਰਨ ਰਿਹਾ ਤੇ ਕੀ ਇੱਥੇ ਉਹਨਾਂ ਦਾ ਆਉਣ ਦਾ ਮਕਸਦ ਹੈ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਤੁਸੀਂ ਇੱਥੇ ਸੋਹਣਗੜ੍ਹ ਰੱਤਾ ਪਹੁੰਚੇ ਹੋ ਮੁਕਤਸਰ ਦੇ ਵਿੱਚ, ਕੋਈ ਖਾਸ ਮਕਸਦ ਰਿਹਾ ਤੁਹਾਡਾ? ਕੁਲਵੰਤ ਜੀ, ਕਮਲਜੀਤ ਤੇ ਅਸੀਂ ਖੇਤੀ ਵਿਰਾਸਤ ਮਿਸ਼ਨ ਤੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ। ਕਮਲਜੀਤ ਦੀ ਤੁਸੀਂ ਜਿਹੜੀ ਇਨੀਸ਼ੀਅਲ ਸਟਰਗਲ ਸੁਣੀ ਸਾਰੀ, ਉਸ ਸਟਰਗਲ 'ਚ ਅਸੀਂ ਸਾਰੇ ਭਾਗੀਦਾਰ ਸੀਗੇ। ਅਸੀਂ ਨਾਲ ਸੀ ਉਹਨਾਂ ਦੇ, ਉਹਨੂੰ ਸਪੋਰਟ ਕਰਨ ਵਾਲੇ, ਉਹਨਾਂ ਦੇ ਨਾਲ ਉਹਨਾਂ ਦੇ ਅਪਸ ਐਂਡ ਡਾਊਨ ਦੇਖਣ ਵਾਲੇ, ਤੇ ਉਹ ਸਾਰੀਆਂ ਫੇਜ਼ਸ ਦੇ ਵਿੱਚ ਅਸੀਂ ਇਕੱਠਾ ਸਾਰਾ ਕੁਝ ਡਿਸਕਸ ਕਰਦੇ ਰਹੇ। ਜਿਹੜਾ ਉਹਨਾਂ ਦੇ ਜਿਹੜੇ ਗੁਰੂ ਨੇ, ਉਹਨਾਂ ਦੇ ਪਹਿਲਾ ਜੀ, ਉਹ ਉਹਨਾਂ ਨੂੰ ਬੁਲਾਉਣ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੋਂ, ਸਾਡੇ ਖੇਤੀ ਵਿਰਾਸਤ ਮਿਸ਼ਨ ਦੇ ਹੀ ਗਾਈਡ ਸੀਗੇ ਉਹ। ਉਹਨਾਂ ਨੇ ਸਾਡੇ ਨਾਲ ਸਾਰੀਆਂ ਡਿਸਕਸ਼ਨ ਦੇ ਬਾਅਦ ਹੀ ਸਾਰਾ ਇਹ, ਤੇ ਕਮਲਜੀਤ ਦੀ ਜਿਹੜੀ
ਕੰਸੈਂਟ ਲੈਣ ਤੋਂ ਬਾਅਦ ਇਹ ਫਾਰਮ ਅਸੀਂ ਚੂਜ਼ ਕੀਤਾ ਸੀਗਾ ਕਿ ਇਸ ਫਾਰਮ ਨੂੰ ਅਸੀਂ ਡਿਵੈਲਪ ਕਰਾਂਗੇ ਮਾਡਲ ਦੇ ਤੌਰ ਤੇ। ਤਾਂ ਉੱਥੇ ਅੱਜ ਜਿਹੜਾ ਦੂਜਾ ਦਿਨ ਅੱਜ 5 ਰੋਜ਼ਾ ਕੈਂਪ ਲੱਗਿਆ ਹੋਇਆ ਆਰਗੈਨਿਕ ਫਾਰਮਿੰਗ ਦਾ, ਜਿਸ ਕੋਲ ਲਗਭਗ 40 ਕਿਸਾਨ ਹਿੱਸਾ ਲੈ ਰਹੇ ਆ 5 ਰੋਜ਼ਾ ਕੈਂਪ 'ਚ। ਉਸ ਕੈਂਪ ਦੇ ਵਿੱਚ ਅੱਜ ਜਿਹੜਾ ਹੈਲਥ ਦੇ ਨਾਲ ਜੋੜ ਕੇ ਖੇਤੀ ਦਾ ਕੀ ਰਿਸ਼ਤਾ ਹੈ ਉਹਦੇ ਉੱਪਰ ਜਿਹੜੇ ਸੀਗੇ ਉਹਨਾਂ ਨੇ ਬੁਲਾਇਆ ਸੀ ਮੈਨੂੰ ਉਹਦੇ ਲਈ ਟਾਕ ਦੇਣ ਲਈ, ਬੋਲਣ ਲਈ। ਉਹ ਆਪਾਂ ਕਿਸਾਨਾਂ ਨੂੰ ਐਡਰੈਸ ਕੀਤਾ ਹੈ, ਜਿਹੜਾ ਉਹਦੇ ਅੰਦਰ ਕਿਸ ਢੰਗ ਦੇ ਨਾਲ ਅਗਰ ਸਿਹਤਮੰਦ ਸਮਾਜ ਬਿਲਡ ਕਰਨਾ ਹੈ ਤਾਂ ਉਹਦੇ ਲਈ ਇੱਕ ਨੈਚੁਰਲ ਫਾਰਮਿੰਗ, ਨੈਚੁਰਲ ਖੇਤੀ, ਕੁਦਰਤੀ ਖੇਤੀ ਬੇਹੱਦ ਜ਼ਰੂਰੀ ਹੈ, ਕਿਉਂਕਿ ਖੇਤੀ ਤੇ ਸਿਹਤ ਦਾ ਬਹੁਤ ਨੇੜਲਾ ਰਿਸ਼ਤਾ ਹੈ। ਇਸ ਤੋਂ ਵੀ ਅੱਗੇ ਕਿਹਾ ਜਾਵੇ ਤਾਂ ਖੇਤੀ, ਵਧੀਆ ਕਿਸਾਨ, ਵਧੀਆ ਕਿਸਾਨੀ ਜਿਹੜੀ ਹੈ ਵਧੀਆ ਸਿਹਤ ਦਾ ਆਧਾਰ ਹੈ। ਕਿਸਾਨੀ ਤੋਂ ਬਿਨਾਂ, ਖੇਤੀ ਤੋਂ ਬਿਨਾਂ, ਵਧੀਆ ਫੂਡ ਤੋਂ ਬਿਨਾਂ ਵਧੀਆ ਸਿਹਤ ਦੀ ਆਸ ਨਹੀਂ ਰੱਖੀ ਜਾ ਸਕਦੀ। ਤੋ ਆਪਾਂ ਬਹੁਤ ਸਮੇਂ ਤੋਂ ਰੂਬਰੂ ਹੋ ਰਹੇ ਹਾਂ ਆਪਾਂ ਪੰਜਾਬ ਦੇ ਜਾਂ ਪੰਜਾਬੀ ਸਪੀਕਿੰਗ ਜਿਹੜੇ ਪੰਜਾਬੀ ਬੋਲਣ ਵਾਲੇ ਸਾਡੇ ਦੋਸਤਾਂ ਦੇ, ਕਿ ਕਿਸ ਢੰਗ ਦੇ ਨਾਲ ਭੋਜਨ ਦੇ ਨਾਲ ਤੇ ਕੁਝ ਜੀਵਨ ਜਾਂਚ 'ਚ ਤਬਦੀਲੀਆਂ ਕਰਕੇ, ਕੁਝ ਮੈਡੀਸਨਲ ਪਲਾਂਟਸ ਦੀ ਵਰਤੋਂ ਕਰਕੇ ਆਪਾਂ ਇੱਕ ਵਧੀਆ ਸਿਹਤ ਦੇ ਸਕਦੇ ਹਾਂ ਲੋਕਾਂ ਨੂੰ। ਤੇ ਕਿਵੇਂ ਖਤਰਨਾਕ ਤੋਂ ਖਤਰਨਾਕ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਡਾਕਟਰਾਂ ਤੋਂ ਕਿ ਇਹ ਲਾ ਇਲਾਜ ਨੇ, ਕਿ ਸਾਰੀ ਉਮਰ ਦੀਆਂ ਦਵਾਈਆਂ ਖਾਣੀਆਂ ਪੈਣਗੀਆਂ ਜਾਂ ਵੱਡੀਆਂ ਸਰਜਰੀਆਂ ਕਰਾਉਣੀਆਂ ਪੈਣਗੀਆਂ ਜਾਂ ਕੀਮੋਥੈਰੇਪੀਆਂ ਤੇ ਰੇਡੀਓਥੈਰੇਪੀਆਂ ਕਰਾਉਣੀਆਂ ਪੈਣਗੀਆਂ, ਉਹ ਜਿਹੜੀਆਂ ਬਿਮਾਰੀਆਂ ਨੇ ਤੁਸੀਂ ਰੋਜ਼ ਇੰਟਰਵਿਊ ਕਰਦੇ ਹੋ ਮਰੀਜ਼ਾਂ ਦੀ ਵੀ, ਕਿ ਕਿਵੇਂ ਉਹ ਜਿਹੜਾ ਇਹ ਸਿਸਟਮ ਹੈ ਜਿਹਨੂੰ ਅਸੀਂ ਹੋਲਿਸਟਿਕ ਹੈਲਥ ਕੇਅਰ ਕਹਿੰਦੇ ਹਾਂ, ਉਸ ਹੋਲਿਸਟਿਕ ਕੇਅਰ ਦੇ ਨਾਲ ਕਿਵੇਂ ਉਹ ਮੋਮ ਵਾਂਗੂ ਪਿਘਲ ਕੇ ਖਤਮ ਹੋ ਜਾਂਦੀਆਂ ਨੇ। ਤਾਂ ਇਹ ਜਿਹੜਾ ਇੱਕ ਕਮਾਲ ਦਾ ਰੈਵੋਲੂਸ਼ਨ ਹੈ ਜਿਹਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਜਿਹਨੂੰ ਅਸੀਂ ਜਿਹਦੀ ਪੋਸ਼ਣ ਕਰ ਰਹੇ ਹਾਂ, ਜਿਹਦਾ ਕੁਦਰਤ ਨੇ, ਪ੍ਰਮਾਤਮਾ ਨੇ ਸਾਨੂੰ ਇੱਕ ਡਿਊਟੀ ਬਖਸ਼ੀ ਹੈ ਕਿ ਅਸੀਂ ਇਸ ਨਵੇਂ ਸਿਸਟਮ ਨੂੰ ਬਿਲਡਅਪ ਕਰੀਏ, ਕਿਉਂਕਿ ਸਮਾਜ ਦੀ, ਮਨੁੱਖਤਾ ਦੀ ਅੱਜ ਇੱਕ ਬਹੁਤ ਵੱਡੀ ਲੋੜ ਹੈ ਕਿ ਉਹਨੂੰ ਬਿਮਾਰੀਆਂ ਦੀ ਇਸ ਖਲਜਗਣ 'ਚੋਂ, ਬਿਮਾਰੀਆਂ ਦੇ ਇਸ ਜਿਲਣ 'ਚੋਂ ਕਿਸ ਢੰਗ ਦੇ ਨਾਲ ਅਸੀਂ ਖਿੱਚਣਾ ਹੈ ਤੇ ਖਿੱਚ ਕੇ ਬਾਹਰ ਫਿਰ ਮੁੜ ਕੇ ਤੰਦਰੁਸਤ ਸਮਾਜ ਜਿਹੜਾ ਸਿਰਜਣਾ ਹੈ, ਉਧਰ ਨੂੰ ਕਿਵੇਂ ਵਧਣਾ ਹੈ। ਤੇ ਉਹਦੇ 'ਚ ਖੇਤੀ ਦਾ ਕੀ ਰੋਲ ਹੈ, ਇਹ ਬਹੁਤ ਨੇੜਲਾ ਰਿਸ਼ਤਾ। ਖੇਤੀ ਵਿਰਾਸਤ ਮਿਸ਼ਨ ਜਿਹੜੀ ਹੈ ਉਹਦੇ ਪਲੇਟਫਾਰਮ ਤੋਂ ਅਸੀਂ ਦੋਨੋਂ ਕੰਮ ਕਰਦੇ ਹਾਂ। ਅਸੀਂ ਆਰਗੈਨਿਕ ਜਾਂ ਕੁਦਰਤੀ ਖੇਤੀ ਵੀ ਕਰਵਾਉਂਦੇ ਹਾਂ, ਅਸੀਂ ਵਾਤਾਵਰਨ ਦੀ, ਹਵਾ ਦੀ ਗੱਲ, ਪਾਣੀ ਦੀ ਗੱਲ ਜਾਂ ਮਿੱਟੀ ਦੀ ਸਿਹਤ ਦੀ ਗੱਲ ਵੀ ਕਰਦੇ ਹਾਂ, ਅਸੀਂ ਮਨੁੱਖੀ ਸਿਹਤ ਦੀ ਗੱਲ ਵੀ ਕਰਦੇ ਹਾਂ, ਅਸੀਂ ਡੰਗਰਾਂ ਦੀ ਸਿਹਤ ਦੀ ਗੱਲ ਵੀ ਕਰਦੇ ਹਾਂ। ਅੱਜ ਤੁਸੀਂ ਦੇਖਿਆ ਕਿ ਕਿਵੇਂ ਇਹ ਸਿੰਥਸਿਸ ਇਸ ਖੇਤ ਦੇ ਅੰਦਰ ਕਿਵੇਂ ਲਾਗੂ ਕੀਤਾ ਜਾਂਦਾ ਤੇ ਕਿਵੇਂ ਕਿਸਾਨ ਜਿਹੜੇ ਨੇ ਉਹ ਚੇਤਨ ਹੋ ਰਹੇ ਆ ਕਿ ਕਿਵੇਂ ਉਹਨਾਂ ਦਾ ਕੀ ਰੋਲ ਹੈ। ਪਹਿਲੀ ਗੱਲ ਤਾਂ ਪੈਦਾ ਕਰਨ 'ਚ, ਆਪਣੇ ਖੇਤਾਂ ਦੇ ਅੰਦਰ ਵਧੀਆ ਫੂਡ ਪੈਦਾ ਕਰਨਾ ਹੈ, ਫਿਰ ਉਹ ਵਧੀਆ ਫੂਡ ਨੂੰ ਕਿਵੇਂ ਸਟੋਰ ਕਰਨਾ ਹੈ, ਕਿਵੇਂ ਕੰਜ਼ਿਊਮਰ ਤੱਕ ਪਹੁੰਚਾਉਣਾ ਹੈ, ਕਿਵੇਂ ਉਹਨੂੰ ਥੋੜ੍ਹਾ ਬਹੁਤਾ ਜੇਕਰ ਪ੍ਰੋਸੈਸਿੰਗ ਦੀ ਲੋੜ ਹੈ ਤਾਂ ਥੋੜ੍ਹੀ ਬਹੁਤੀ ਨੈਚੁਰਲ ਪ੍ਰੋਸੈਸਿੰਗ ਕਰਨੀ ਹੈ, ਤੇ ਕਿਵੇਂ ਉਹਨੂੰ ਸਿਹਤ ਵਧੀਆ ਬਿਲਡ ਕਰਨ ਵਾਸਤੇ ਵਰਤਣਾ ਹੈ। ਤਾਂ ਅੱਜ ਆਪਾਂ ਜਿਹੜੀ ਹੈ ਇਹ ਇਸ ਫਾਰਮ ਦੇ ਵਿੱਚ ਆਏ ਹਾਂ, ਉਹਦੇ 'ਚ ਆਪਣਾ ਬਹੁਤ ਅਸੀਂ ਸੁਭਾਗੇ ਹਾਂ ਕਿ ਡਬਲ ਪਰਪਸ ਹੋ ਗਿਆ ਸਾਡਾ। ਅਸੀਂ ਫਾਰਮ ਨੂੰ ਨੇੜਿਓਂ ਦੇਖਿਆ ਤੇ ਕਿਸਾਨਾਂ ਦੇ ਰੂਬਰੂ ਵੀ ਆਪਾਂ ਹੋਣਾ ਹੈ, ਤਾਂ ਉਹ ਜਿਹੜਾ ਸਾਰਾ ਕੁਝ ਦਾ ਇਸ ਮਕਸਦ ਨਾਲ ਆਪਾਂ ਇਸ ਜਿਹੜੇ ਖੇਤ ਦੇ ਅੰਦਰ ਸੋਨਗੜ੍ਹ ਰੱਤੇਵਾਲ ਕਮਲ ਜੀ ਦੇ ਖੇਤ 'ਚ ਆਏ ਹਾਂ। ਡਾਕਟਰ ਸਾਹਿਬ, ਡਾਕਟਰ ਔਰ ਕਿਸਾਨ ਮਿਲ ਕੇ ਕੰਮ ਕਰਨ ਤੇ ਤਾਂ ਸਮਾਜ ਦੀ ਸਿਹਤ ਸੁਧਾਰੀ ਜਾ ਸਕਦੀ ਹੈ। ਜੇ ਇੱਕ ਵੀ ਦੋਨਾਂ ਦੇ ਵਿੱਚੋਂ ਅੱਡ ਹੋ ਕੇ ਕੰਮ ਕਰ ਰਿਹਾ ਤਾਂ ਸਮਾਜ ਜਿਹੜਾ ਉਹਦੀ ਸਿਹਤ ਵਿਗੜਨੀ ਤੈਅ ਹੈ। ਇਹਨੂੰ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ? ਬਿਲਕੁਲ ਤੁਸੀਂ ਜਿਹੜੀ ਇਹ ਚੇਤਨਾ ਹੁਣ ਨਵੀਂ ਆ ਰਹੀ। ਜਦੋਂ ਮੈਂ ਨਵਾਂ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਕੰਮ ਕਰਨ ਦਾ ਆਪਣਾ ਫੈਸਲਾ ਲਿੱਤਾ ਸੀਗਾ, ਤਾਂ ਮੈਨੂੰ ਸ਼ੁਰੂ ਦੀਆਂ ਮੀਟਿੰਗਾਂ 'ਚ ਬਹੁਤ ਹੀ ਹੈਰਾਨੀ ਨਾਲ ਲੋਕ ਪੁੱਛਿਆ ਕਰਦੇ ਸੀਗੇ ਵੀ ਡਾਕਟਰ ਸਾਹਿਬ ਤੁਸੀਂ ਖੇਤੀ 'ਚ ਕਿਵੇਂ? ਤਾਂ ਮੈਂ ਉਦੋਂ ਫਿਰ ਉਹਨਾਂ ਨੂੰ ਦੱਸਣਾ ਵੀ ਆਹ ਰਿਸ਼ਤਾ ਹੈ ਖੇਤੀ ਦਾ ਤੇ ਸਿਹਤ ਦਾ। ਤਾਂ ਹੁਣ ਤਾਂ ਖੈਰ ਬਹੁਤ ਲੋਕ ਜਿਹੜੇ ਦੋਸਤ ਚੇਤਨ ਹੋ ਗਏ ਆ, ਬਾਰ-ਬਾਰ ਅਸੀਂ 15-20 ਸਾਲ ਤੋਂ ਐਡਰੈਸ ਕਰ ਰਹੇ ਹਾਂ, ਤਾਂ ਹੁਣ ਇਹ ਸਵਾਲ ਨਹੀਂ ਪੁੱਛਦੇ। ਹੁਣ ਉਹ ਸਮਝਦੇ ਆ ਕਿ ਕਿਵੇਂ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਤੇ ਕਿਸਾਨ ਹੈ, ਕਿਸਾਨ ਖੇਤੀ ਦਾ ਡਾਕਟਰ ਹੈ ਤੇ ਡਾਕਟਰ ਮਨੁੱਖੀ ਸਿਹਤ ਦਾ ਡਾਕਟਰ ਹੈ। ਤਾਂ ਇਹ ਦੋ ਡਾਕਟਰ ਨੇ, ਜਿਹੜਾ ਤੀਜਾ ਇੱਕ ਡੰਗਰਾਂ ਦਾ ਡਾਕਟਰ ਵੀ ਲੈਣਾ ਚਾਹੀਦਾ। ਤਾਂ ਤਿੰਨੇ ਕਿਸਮ ਦੇ ਜਿਹੜੇ ਐਕਸਪਰਟ ਨੇ, ਤਿੰਨੇ ਕਿਸਮ ਦੇ ਜਿਹੜੇ ਗਿਆਨ ਨੇ, ਖੇਤੀ ਦਾ ਗਿਆਨ, ਡੰਗਰ ਪਾਲਣ ਦਾ ਗਿਆਨ ਤੇ ਮਨੁੱਖੀ ਸਿਹਤ ਦਾ ਗਿਆਨ, ਤਿੰਨੇ ਗਿਆਨਾਂ ਨੇ ਇੱਕ ਕੰਪੈਕਟ ਇੰਟੈਗਰੇਟਡ ਗਿਆਨ ਬਣਨਾ ਹੈ ਤੇ ਤਾਂ ਜਾ ਕੇ ਵਧੀਆ ਸਿਹਤ ਬਣਨੀ ਹੈ। ਇੱਥੋਂ ਤੱਕ ਵੀ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਰਾ ਸਿਸਟਮ ਹੋ ਰਿਹਾ ਕਿ ਜਿਹੜੇ ਕਿਸਾਨ ਨੇ ਉਹ ਡਾਕਟਰਾਂ ਕੋਲ ਜਾ ਰਹੇ ਆ ਵੀ ਤੁਸੀਂ ਦੱਸੋ
ਤੁਹਾਨੂੰ ਕਿੱਦਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਆਪਣੇ ਮਰੀਜ਼ਾਂ ਨੂੰ ਸਿਹਤਮੰਦ ਕਰਨ ਲਈ, ਅਸੀਂ ਤੁਹਾਨੂੰ ਉੱਦਾਂ ਦੀਆਂ ਚੀਜ਼ਾਂ ਬਣਾ ਕੇ ਦੇਣ ਨੂੰ ਤਿਆਰ ਹਾਂ। ਤੇ ਉਹਦੇ ਅੰਦਰ ਬਹੁਤ ਸਾਰੇ ਜਿਹੜੇ ਦੋਸਤ ਨੇ, ਅਵੇਅਰ ਦੋਸਤ ਨੇ, ਉਹ ਇੱਥੋਂ ਤੱਕ ਵੀ ਹੋ ਰਿਹਾ ਕਿ ਅਸੀਂ ਇੱਕ ਨਵੀਂ ਕਿਸਮ ਦੇ ਰੈਸਟੋਰੈਂਟ ਦੀ ਵੀ ਐਕਸਪੈਰੀਮੈਂਟੇਸ਼ਨ ਕਰ ਰਹੇ ਹਾਂ, ਜਿੱਥੇ ਕਿ ਅਸੀਂ ਡਾਕਟਰ ਨੂੰ ਪੁੱਛਾਂਗੇ ਕਿ ਦੱਸੋ ਤੁਹਾਡੇ ਮਰੀਜ਼ ਨੂੰ ਕਿੱਦਾਂ ਦਾ ਖਾਣਾ ਚਾਹੀਦਾ, ਅਸੀਂ ਤੁਹਾਨੂੰ ਉਹ ਖਾਣਾ ਤਿਆਰ ਕਰਕੇ ਟਿਫਨ ਦੀ ਸ਼ਕਲ 'ਚ ਆਰਗੈਨਿਕ ਮਿਲਟ ਬੇਸਡ ਔਰ ਸਿਹਤਮੰਦ ਖਾਣਾ ਦੇਵਾਂਗੇ, ਤਾਂ ਕਿ ਤੁਹਾਡੇ ਮਰੀਜ਼ ਬਹੁਤ ਜਲਦੀ ਜਿਹੜੇ ਨੇ ਉਹ ਦਵਾਈਆਂ ਦੇ ਨਾਲ ਤੁਸੀਂ ਕਿਸੇ ਅਗਰ ਖੁਰਾਕ ਦਾ ਅੱਛੀ ਦਿਓਗੇ ਉਹਨਾਂ ਨੂੰ ਤਾਂ ਉਹ ਹੋਰ ਵੀ ਜਲਦੀ ਠੀਕ ਹੋਣਗੇ। ਤਾਂ ਅਸੀਂ ਉਹਨਾਂ ਨੂੰ ਡਾਕਟਰਾਂ ਨੂੰ ਇਸ ਗੱਲ ਤੇ ਇੱਧਰ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਆਪਣੇ ਮਰੀਜ਼ਾਂ ਨੂੰ ਗਾਈਡ ਕਰੋ, ਜਾਂ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਕਿਹੜੇ ਮਰੀਜ਼ ਨੂੰ ਕਿੱਦਾਂ ਦਾ ਖਾਣਾ ਚਾਹੀਦਾ, ਅਸੀਂ ਉਹਦੀ ਨੀਡ ਬੇਸਡ ਲੋੜ ਤੇ ਆਧਾਰਿਤ ਜਿਹੜਾ ਹੈ ਉਹਦਾ ਖਾਣਾ ਪਿਆ ਕੇ ਉਹਦਾ ਟਿਫਨ ਬਣਾ ਕੇ ਵੀ ਅਸੀਂ ਉਹਨੂੰ ਦੇਣ ਨੂੰ ਤਿਆਰ ਹਾਂ। ਪਰ ਅਸੀਂ ਜਿਹੜਾ ਬਿਮਾਰੀਆਂ ਦਾ ਜਲਨ ਹੈ ਇਹਦੇ 'ਚੋਂ ਅਸੀਂ ਆਪਣੇ ਸੂਬੇ ਨੂੰ, ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪੰਜਾਬ ਨੂੰ, ਔਰ ਆਪਣੇ ਆਲੇ ਦੁਆਲੇ ਵਸਦੇ ਹੋਰ ਸੂਬਿਆਂ ਦੇ ਜਿਹੜੇ ਸਾਡੇ ਦੋਸਤ ਨੇ, ਚਾਹੇ ਕਿਸਾਨ ਨੇ, ਚਾਹੇ ਉਹ ਆਮ ਲੋਕ ਨੇ, ਚਾਹੇ ਉਹ ਮੈਡੀਕਲ ਪ੍ਰੋਫੈਸ਼ਨ 'ਚ ਨੇ, ਤੇ ਪੂਰੇ ਦੇਸ਼ ਦਾ ਇੱਕ ਸਿਹਤ ਸਿਸਟਮ ਨਵੀਂ ਕਿਸਮ ਦੀ ਰੈਵੋਲੂਸ਼ਨ ਜਿਹੜੀ ਹੈ ਉਹਦੇ ਅੰਦਰ ਜਿਹੜਾ ਹੈ ਪੂਰਾ ਆਪਣਾ ਰੋਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਰੈਵੋਲੂਸ਼ਨ ਦੇ ਵਿੱਚ ਸਾਰੇ ਭਾਗੀਦਾਰ ਬਣੀਏ, ਕਿਉਂਕਿ ਜਦ ਤੱਕ ਵੱਡੇ ਪੱਧਰ ਤੇ ਆਪਾਂ ਇਹਦੇ 'ਚ ਲਹਿਰ ਨਹੀਂ ਬਣਾਵਾਂਗੇ ਤਦ ਤੱਕ ਇਹ ਸੰਭਵ ਨਹੀਂ ਹੈ, ਔਰ ਇਹ ਲਹਿਰ ਬਣਾਉਣ ਦੀ ਬਹੁਤ ਬੇਹੱਦ ਜ਼ਰੂਰਤ ਹੈ। ਅਸੀਂ ਪਹਿਲਾਂ ਹੀ ਬਹੁਤ ਲੇਟ ਹਾਂ, ਅਸੀਂ ਆਲਰੇਡੀ ਬਹੁਤ ਨੁਕਸਾਨ ਕਰ ਚੁੱਕੇ ਹਾਂ, ਖੇਤੀ 'ਚ ਵੀ, ਆਪਣੇ ਕੈਟਲ ਬਰੀਡਿੰਗ ਦੇ ਅੰਦਰ ਵੀ ਬਹੁਤ ਨੁਕਸਾਨ ਕਰ ਚੁੱਕੇ ਹਾਂ ਅਸੀਂ, ਆਪਣੇ ਡੰਗਰਾਂ ਦਾ ਵੀ, ਔਰ ਆਪਣੀ ਅੱਖੀ ਸਿਹਤ ਦਾ ਤਾਂ ਬਹੁਤ ਨੁਕਸਾਨ ਹੋ ਹੀ ਚੁੱਕਿਆ। ਤਾਂ ਆਓ ਆਪਾਂ ਸਾਰੇ ਰਲ ਮਿਲ ਕੇ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਨੇ, ਅਵੇਅਰ ਨੇ, ਚੇਤਨ ਨੇ, ਜਿਹੜੇ ਕਿ ਇਸ ਗੱਲ ਨੂੰ ਸਮਝਦੇ ਆ, ਉਹਨਾਂ ਦੀ ਮਦਦ ਦੇ ਨਾਲ ਆਪਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰੀਏ ਤੇ ਉਹਨਾਂ ਨੂੰ ਇੱਕ ਐਸੇ ਰਸਤੇ ਪਾਈਏ ਕਿ ਆਪਣੀ ਆਉਣ ਵਾਲੇ 1-2 ਦਹਾਕਿਆਂ 'ਚ ਆਪਾਂ ਇੱਕ ਤਹੀਆ ਕਰਕੇ ਚੱਲੀਏ, ਇੱਕ ਹੌਸਲਾ ਕਰਕੇ, ਇੱਕ ਡਿਟਰਮੀਨੇਸ਼ਨ ਕਰਕੇ ਕਿ ਆਪਾਂ ਨੇ ਜਿਹੜਾ ਇਹ ਬਿਮਾਰੀਆਂ ਦਾ ਪ੍ਰਕੋਪ ਸਾਡੇ ਗਲ ਪੈ ਗਿਆ, ਇਹਨੂੰ ਗਲੋਂ ਲਾ ਕੇ ਉਹ ਮਾਰਨਾ ਤੇ ਇਹਨਾਂ ਬਿਮਾਰੀਆਂ ਨੂੰ ਐਂ ਬਣਾਉਣਾ ਵੀ ਲੋਕ ਫਿਰ ਗੱਲਾਂ ਕਰਨ ਵੀ ਹਾਂ 10 ਸਾਲ ਪਹਿਲਾਂ ਫਲਾਣੀ ਬਿਮਾਰੀ ਬੜੀ ਹੋਇਆ ਕਰਦੀ ਸੀ ਬਈ, ਅੱਜ ਹੁਣ ਤਾਂ ਬਹੁਤ ਕਿਸੇ ਬਿਰਲੇ ਨੂੰ ਹੁੰਦੀ ਆ। ਅਸੀਂ ਉਸ ਰੈਵੋਲੂਸ਼ਨ ਦੇ ਵਿਚਕਾਰ ਹਾਂ ਤੇ ਮੈਨੂੰ ਪੱਕੀ ਉਮੀਦ ਹੈ ਕਿ ਆਪਾਂ 1-2 ਦਹਾਕਿਆਂ 'ਚ ਜਿਹੜਾ ਹੈ ਇਹ ਚੱਲਣ ਜਿਹੜਾ ਇੰਨਾ ਕੁ ਆਮ ਕਰ ਦਿਆਂਗੇ ਕਿ ਸਮਾਜ ਦੇ ਅੰਦਰ ਵੱਡੀ ਇੱਕ ਤਬਦੀਲੀ ਹੋਏਗੀ। ਬਿਲਕੁਲ ਤਬਦੀਲੀ ਹੋਏਗੀ, ਔਰ ਮੇਰੀ ਉਮੀਦ ਹੈ ਔਰ ਮੇਰਾ ਤੁਹਾਨੂੰ ਵਾਅਦਾ ਹੈ ਔਰ ਦਰਸ਼ਕਾਂ ਨੂੰ ਵੀ ਵਾਅਦਾ ਹੈ ਕਿ ਜਿੱਥੇ ਵੀ ਡਾਕਟਰ ਅਮਰ ਸਿੰਘ ਆਜ਼ਾਦ ਸਿਹਤ ਦੀ ਗੱਲ ਕਰਨਗੇ, ਮਨੁੱਖੀ ਸਿਹਤ ਔਰ ਜਿਹੜੇ ਆਰਗੈਨਿਕ ਢੰਗ ਦੇ ਨਾਲ ਖੇਤੀ ਕੀਤੇ ਜਾਣ ਦੀ ਗੱਲ ਕੀਤੀ ਜਾਏਗੀ, ਜਿੱਥੇ ਵੀ ਕੈਮੀਕਲ ਫ੍ਰੀ ਜਿਹੜਾ ਉਹ ਮੈਡੀਸਿਨਸ ਦੀ ਗੱਲ ਕੀਤੀ ਜਾਏਗੀ, ਜਿੱਥੇ ਵੀ ਆਯੁਰਵੇਦਾ, ਨੈਚੁਰਲ ਹੈਲਥ ਸਾਇੰਸਿਸ ਦੀ ਗੱਲ ਕੀਤੀ ਜਾਏਗੀ, ਨਿਊਜ਼ ਏਸ਼ੀਆ ਪੰਜਾਬੀ ਤੇ ਮੈਂ ਬਿਲਕੁਲ ਸਭ ਤੋਂ ਮੋਹਰੀ ਹੋ ਕੇ ਖੜਾ ਹੋਊਂਗਾ। ਮੇਰਾ ਤੁਹਾਨੂੰ ਵਾਅਦਾ ਹੈ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਹੜੇ ਕਿ ਇੱਥੇ ਸੋਹਣਗੜ੍ਹ ਰੱਤਾ ਪਿੰਡ ਵਿੱਚ ਮੁਕਤਸਰ ਦੇ ਵਿੱਚ ਪਹੁੰਚੇ ਹੋਏ ਨੇ, ਜਿਨ੍ਹਾਂ ਨੇ ਇੱਥੇ ਇੱਕ ਜਿਹੜੇ ਸਟੂਡੈਂਟਸ ਆਏ ਹੋਏ ਨੇ, ਖੇਤੀ ਦੀ ਇਹਦੇ ਟ੍ਰੇਨਿੰਗ ਲੈਣ ਲਈ ਸਟੂਡੈਂਟਸ ਆਏ ਹੋਏ ਨੇ, ਉਹਨਾਂ ਨੂੰ ਇੱਕ ਲੈਕਚਰ ਦਿੱਤਾ ਹੈਗਾ ਤੇ ਜਿਹਦੇ ਵਿੱਚ ਲੈਕਚਰ ਦੇ ਵਿੱਚ ਉਹਨਾਂ ਦੀ ਜਿਹੜੀ ਜਿਗਿਆਸਾ ਸ਼ਾਂਤ ਕੀਤੀ ਆ ਵੀ ਖੇਤੀ, ਮਨੁੱਖੀ ਸਿਹਤ, ਡੰਗਰਾਂ ਦੀ ਸਿਹਤ ਤੇ ਆਲੇ ਦੁਆਲੇ ਜੋ ਵਾਪਰਨੀਆਂ ਘਟਨਾਵਾਂ ਦਾ ਜਿਹੜਾ ਉਹ ਕੀ ਕਾਰਨ ਹੈਗੇ ਨੇ ਉਹਦੇ ਪਿੱਛੇ, ਤੇ ਕਿੱਦਾਂ ਅਸੀਂ ਮਨੁੱਖੀ ਸਿਹਤ ਨੂੰ ਠੀਕ ਕਰ ਸਕਦੇ ਹਾਂ, ਕਿਹੜੇ ਕਾਰਨ ਹੁੰਦੇ ਨੇ ਜਿਹੜੇ ਮਨੁੱਖੀ ਸਿਹਤ ਖਰਾਬ ਹੁੰਦੀ ਹੈ, ਤੇ ਖੇਤੀ ਦਾ ਅਸਲ ਮਾਡਲ ਕੀ ਹੋਣਾ ਚਾਹੀਦਾ। ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਨਾਲ ਗੱਲ ਕੀਤੀ ਹੈ, ਆਪਾਂ ਕਮਲਜੀਤ ਹੇਰ ਜੀ ਨਾਲ ਗੱਲ ਕੀਤੀ ਹੈ, ਕੁਝ ਲੋਕ ਇੱਥੇ ਹੋਰ ਆਏ ਹੋਏ ਨੇ, ਆਪਾਂ ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली, और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी, BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं
तो यहाँ पे आइए। इनका डायलिसिस पे है तो डायलिसिस की नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी जुबान पे लगाम नहीं है इसलिए आई है। अगर जुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਕਿ ਉੱਥੇ ਤਾਂ ਚੱਲ ਰਹੀ ਹੈ, ਅੰਦਰ ਕਲਾਸਿਸ ਚੱਲ ਰਹੀਆਂ ਨੇ, ਉੱਥੇ ਖੇਤੀ ਨੂੰ ਸਿੱਖਣ ਦੇ ਲਿਹਾਜ਼ ਦੇ ਨਾਲ ਉਹਨਾਂ ਦਾ ਮਕਸਦ ਖੇਤੀ ਦੇ ਅੱਗੇ ਕਨਸੈਪਟ ਅੱਗੇ ਵਧਣਾ। ਆਪਣਾ ਮਾਡਲ ਵੀ ਕਮਲਜੀਤ ਹੇਅਰ ਮਾਡਲ ਵਰਗੇ ਮਾਡਲ, ਆਪਣੀ ਖੇਤੀ ਦਾ ਮਾਡਲ ਵੀ ਜਿਹੜਾ ਕਮਲਜੀਤ ਹੇਅਰ ਹੋਰਾਂ ਵਰਗਿਆਂ ਮਾਡਲ ਵਿੱਚ ਕਨਵਰਟ ਕਰਨਾ। ਲੇਕਿਨ ਇੱਥੇ ਕੁਝ ਹੋਰ ਮਹਿਮਾਨ ਨੇ, ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦਾ ਇੱਥੇ ਆਉਣ ਦਾ ਮਕਸਦ ਕੀ ਹੈ, ਕਿਉਂਕਿ ਇਹ ਖੇਤੀ ਸਿੱਖਣ ਤਾਂ ਆਏ ਨਹੀਂ ਹੋ ਸਕਦੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਪ੍ਰੇਮ ਸ਼ਰਮਾ ਹੈ ਜੀ। ਸ਼ਰਮਾ ਜੀ, ਤੁਸੀਂ ਖੇਤੀ ਤਾਂ ਨਹੀਂ ਮੈਨੂੰ ਲੱਗਦਾ ਸਿੱਖਣ ਆਏ ਹੋਏ, ਇੱਥੇ ਕੁਝ ਮਕਸਦ ਹੋਰ ਰਿਹਾ? ਮੇਰਾ ਮਕਸਦ ਸੀ ਕਿ ਮੈਂ ਜਦੋਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਦੇ ਨਾਲ ਜੁੜਿਆ, ਇਹਨਾਂ ਦੇ ਵਿਚਾਰਾਂ ਦੇ ਨਾਲ ਜੁੜਿਆ, ਤਾਂ ਮੈਂ ਇੱਕ ਸਿਹਤ ਦੇ ਨਾਲ ਪਿਛਲੇ 30-35 ਸਾਲਾਂ ਤੋਂ ਕੰਮ ਕਰ ਰਿਹਾ, ਔਰ ਜਿੱਥੇ ਖੁਰਾਕ ਦਾ ਸੰਬੰਧ ਸੀ ਸਰੀਰਕ ਉਸ ਦੇ ਨਾਲ, ਸਰੀਰਕ ਐਕਸਰਸਾਈਜ਼ ਦੇ ਨਾਲ, ਤਾਂ ਮੈਨੂੰ ਖੇਤੀ ਦੇ ਨਾਲ ਵੀ ਥੋੜਾ ਇਹਨਾਂ ਨੇ ਜੋੜਨਾ ਸ਼ੁਰੂ ਕੀਤਾ ਵੀ ਖੇਤੀ ਦੇ ਵਿੱਚ ਹੈ। ਤਾਂ ਮੈਨੂੰ ਜਿਹੜੀ ਮਾਡਰਨ ਖੇਤੀ ਸੀ ਇਹਦੇ ਬਾਰੇ ਥੋੜੀ ਜਿਗਿਆਸਾ ਹੋਈ ਵੀ ਕਿਸ ਤਰ੍ਹਾਂ ਦੀ ਹੈ ਇਹ। ਜੋ ਮੈਂ ਇੱਥੇ ਡੈਫੀਨੇਸ਼ਨ ਪੜ੍ਹੀ ਕਿ ਜੋ ਜੀਵ ਜੰਤੂ ਪਾਲਣ ਕਰਦੇ ਨੇ ਇਹਦਾ ਬਨਸਪਤੀ ਦਾ, ਔਰ ਬਨਸਪਤੀ ਕਰੇ ਜੀਵਾਂ ਦਾ ਪਾਲਣ, ਤਾਂ ਸਾਡੇ ਮਾਈਂਡ 'ਚ ਵੀ ਜੇ ਕਿਤੇ ਆਰਗੈਨਿਕ ਖੇਤੀ ਉਹ ਹੈ ਜਿੱਥੇ ਤੁਸੀਂ ਫਰਟੀਲਾਈਜ਼ਰ ਨਹੀਂ ਯੂਜ਼ ਕਰਦੇ, ਪਰ ਮਾਡਰਨ ਖੇਤੀ ਦਾ ਜਿਹੜਾ ਸਾਡੇ ਪਾਸ ਜੋ ਕਨਸੈਪਟ ਸੀਗਾ ਇਹ ਬਿਲਕੁਲ ਸਾਡੇ ਪਾਸ ਚੇਂਜ ਹੋ ਗਿਆ। ਉਹ ਅੱਜ ਸਾਨੂੰ ਕਲੀਅਰ ਹੋਇਆ ਕਿ ਜਿਹੜੀ ਮਾਡਰਨ ਖੇਤੀ ਇਹ ਹੈ ਕੀ ਹੈ। ਇੱਥੇ ਆ ਕੇ ਤਾਂ ਇਹ ਲੱਗਦਾ ਜਿਵੇਂ ਇਹ ਰਿਸ਼ੀ ਮੁਨੀ ਨੇ, ਕਿ ਜਿਸ ਤਰ੍ਹਾਂ ਰਿਸ਼ੀ ਮੁਨੀ ਜਾ ਕੇ ਜੰਗਲਾਂ ਦੇ ਵਿੱਚ ਤਪੱਸਿਆ ਕਰਦੇ ਸੀਗੇ, ਤਾਂ ਇਹ ਡਾਕਟਰ ਜੋ ਆਪਣੇ ਮੇਰ ਸਾਹਿਬ, ਆਪਣੇ ਮੇਰ ਨੇ ਕਮਲਜੀਤ ਹੇਅਰ, ਤੇ ਇਹਨੇ ਤਾਂ ਆ ਕੇ ਜੰਗਲ ਦੇ ਵਿੱਚ ਐਸੀ ਮਿਹਨਤ ਕੀਤੀ ਹੈ ਕਿ ਜੋ ਲੋਕਾਂ ਦੀ ਪੂਰੀ ਸਿਹਤ ਦੇ ਨਾਲ ਸੰਬੰਧ ਹੈ। ਇਹ ਧੰਨਵਾਦ ਜਾਂਦਾ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਕਿ ਜਿਨ੍ਹਾਂ ਨੇ ਖੇਤੀ ਵਿਰਾਸਤ ਦੇ ਨਾਲ ਇਹਨਾਂ ਲੋਕਾਂ ਨੂੰ ਜੋੜਿਆ। ਔਰ ਮੈਨੂੰ ਇਹ ਲੱਗਦਾ ਕਿ ਅਗਰ ਇਸ ਤਰ੍ਹਾਂ ਦੀ ਖੇਤੀ ਦਾ ਮਾਡਲ ਲੋਕਾਂ ਕੋਲ ਜਾਵੇ, ਮੇਰੇ ਕੁਝ ਦੋਸਤ ਨੇ ਜੋ ਜੁੜਨਾ ਚਾਹੁੰਦੇ ਨੇ, ਮੈਂ ਉਹਨਾਂ ਦੇ ਕਾਰਨ ਹੀ ਇੱਥੇ ਆਇਆ ਸੀਗਾ, ਸਿਰਫ ਸਮਝਣ ਦੇ ਲਈ, ਤਾਂ ਕਿ ਅਸੀਂ ਉਹਨਾਂ ਨੂੰ ਸਮਝਾ ਸਕੀਏ ਵੀ ਖੇਤੀ ਜਿਹੜੀ ਮਾਡਰਨ ਖੇਤੀ ਹੈ ਕੀ ਹੈ। ਇਹ ਸਿਰਫ ਫਰਟੀਲਾਈਜ਼ਰ ਕਰਕੇ ਨਹੀਂ ਹੈ। ਔਰ ਇੱਕ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਖੇਤੀ ਦੇ ਨਾਲ ਸਿਹਤ ਦਾ ਸੰਬੰਧ ਹੈ, ਕਿਉਂਕਿ ਮੇਰਾ ਸਿਹਤ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਇੱਕ ਰੁਝਾਨ ਰਿਹਾ ਹੈ, ਪਰ ਅਸੀਂ ਉਸ ਸਿਹਤ ਨੂੰ ਉਸ ਤਰੀਕੇ ਨਾਲ ਨਹੀਂ ਲੈ ਕੇ ਜਾ ਸਕੇ, ਕਿਉਂਕਿ ਜੋ ਖਾਣ ਪੀਣ ਦਾ ਅੰਦਾਜ਼ਾ ਸੀਗਾ ਅਸੀਂ ਸਾਡੇ ਸਪੋਰਟਸਮੈਨ ਨੂੰ ਵੀ ਨਹੀਂ ਸਮਝਾ ਸਕੇ, ਜੋ ਸਾਡੇ ਜੇ ਗੈਸਟਰ ਨੇ ਉਹਨਾਂ ਪਾਸ ਵੀ ਨਹੀਂ ਸੀ ਪਹੁੰਚਾ ਸਕੇ। ਪਰ ਇਸ ਤੋਂ ਹੁਣ ਲੱਗਦਾ ਹੈ ਕਿ ਅਗਰ ਇਸ ਤਰ੍ਹਾਂ ਦੀ ਖੇਤੀ ਹੋਵੇ ਤਾਂ ਸਾਡਾ ਖਾਣ ਪੀਣ ਵੀ ਸੁਧਰ ਸਕਦਾ ਹੈ, ਔਰ ਜਿਹੜੇ ਖਾਣ ਪੀਣ ਦੇ ਕਾਰਨ ਸਾਡੀ ਸਿਹਤ ਵਿਗੜੀ ਸੀ ਉਹ ਸੁਧਾਰ ਆਏਗਾ, ਔਰ ਇਸ ਨੂੰ ਆਪਾਂ ਅੱਗੇ ਲੈ ਕੇ ਜਾ ਸਕਦੇ। ਮੇਰਾ ਸਿਰਫ ਇਹ ਮਕਸਦ ਸੀਗਾ ਕਿ ਜੋ ਮਾਡਰਨ ਖੇਤੀ ਹੈ ਔਰ ਇਹਦਾ ਆਪਣੇ ਸਿਹਤ ਦੇ ਨਾਲ ਕੀ ਸੰਬੰਧ ਹੈ।
ਜਿਸ ਤਰ੍ਹਾਂ ਆਪਣਾ ਕਹਿਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਮੈਂ ਇੱਥੇ ਇੱਕ ਸਾਖਸ਼ਾਤ ਦੇਖਿਆ ਕਿ ਇਹ ਜੋ ਆਪਣੇ ਵਕੀਲ ਸਾਹਿਬ ਨੇ ਇਹ ਉਸ ਪੂਰਨੇ ਤੇ ਪੂਰਾ ਉਤਰ ਰਹੇ ਨੇ। ਮੈਂ ਬੜਾ ਧੰਨਵਾਦ ਕਰਦਾ ਡਾਕਟਰ ਅਮਰ ਸਿੰਘ ਆਜ਼ਾਦ ਦਾ ਔਰ ਵਕੀਲ ਸਾਹਿਬ ਦਾ ਕਿ ਉਹ ਇਸ ਸਮਾਜ ਦੇ ਵਿੱਚ ਸਿਹਤ ਨੂੰ ਲੈ ਕੇ ਇੰਨੇ ਚਿੰਤਾ ਨੇ। ਜੋ ਸਮਾਜ ਦੀ ਚਿੰਤਾ ਕਰਨ ਵਾਲੇ ਨੇ ਬਹੁਤ ਘੱਟ ਲੋਕ ਹੁੰਦੇ ਨੇ, ਪਰ ਇਹ ਲੋਕ ਨੇ ਜਿਨ੍ਹਾਂ ਦੇ ਸਮਾਜ ਦੀ ਚਿੰਤਾ ਕਰ ਰਹੇ ਨੇ ਔਰ ਆਪਣੇ ਇੱਕ ਇੰਟਰਸਟ ਨੂੰ ਛੱਡ ਕੇ, ਜੋ ਪਦਾਰਥਵਾਦੀ ਜੋ ਉਹਨਾਂ ਪਾਸ ਵਿਚਾਰ ਸੀ ਉਹਨੂੰ ਛੱਡ ਕੇ ਇੱਕ ਅਧਿਆਤਮਿਕ ਤੌਰ ਤੇ ਲੋਕਾਂ ਦੇ ਨਾਲ ਜੁੜ ਕੇ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਨੇ। ਔਰ ਮੈਂ ਬੜਾ ਆਪਣਾ ਆਪ ਨੂੰ ਇਹ ਸਮਝਦਾ ਕਿ ਆਉਣ ਵੇਲੇ ਡਰ ਜ਼ਰੂਰ ਸੀਗਾ ਕਿ ਪਤਾ ਨਹੀਂ ਉੱਥੇ ਜਾ ਕੇ ਕੀ ਇਸ ਤਰ੍ਹਾਂ ਹੋਵੇਗਾ, ਪਰ ਇੱਥੇ ਆ ਕੇ ਇਹ ਲੱਗਿਆ ਕਿ ਅੱਜ ਸਾਡਾ ਦਿਨ ਬਹੁਤ ਹੀ ਸੁਭਾਗਾ ਹੈ ਔਰ ਬੜੇ ਚੰਗੇ ਲੋਕਾਂ ਨਾਲ ਮੁਲਾਕਾਤ ਹੋਈ ਹੈ ਔਰ ਇਹ ਇੱਕ ਯੁੱਗ ਬਦਲਦਾ ਹੁਣ ਨਜ਼ਰ ਆ ਰਿਹਾ ਹੈ। ਬੜਾ ਅੱਛਾ ਲੱਗਿਆ ਇੱਥੇ ਆ ਕੇ। ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਸਾਨੂੰ ਤੁਸੀਂ ਐਡਾ ਵਧੀਆ ਸਮਾਂ ਦਿੱਤਾ, ਇਹਨਾਂ ਲੋਕਾਂ ਨੂੰ ਮਿਲਾਇਆ, ਕਿਉਂਕਿ ਤੁਸੀਂ ਲੋਕ ਹੋ ਜੋ ਇਹਨਾਂ ਦਾ ਸੰਦੇਸ਼ ਸਮਾਜ ਦੇ ਵਿੱਚ ਪਹੁੰਚਾਓਗੇ ਤੇ ਇਸ ਨੂੰ ਪਹੁੰਚਾਉਂਦੇ ਰਹੋਗੇ। ਸਾਡੀ ਇਹੀ ਤੁਹਾਡੇ ਤੋਂ ਉਮੀਦ ਹੈ ਔਰ ਇੱਛਾ ਹੈ ਸਾਡੇ ਵਾਸਤੇ। ਬਹੁਤ ਧੰਨਵਾਦ ਸ਼ਰਮਾ ਜੀ। ਔਰ ਮੈਂ ਦਰਸ਼ਕਾਂ ਨੂੰ ਇਹ ਜਾਣਕਾਰੀ ਜਿਸ ਤਰ੍ਹਾਂ ਇਹ ਸ਼ਰਮਾ ਜੀ ਨੇ ਕਿਹਾ ਕਿ ਤੁਸੀਂ ਸਾਨੂੰ ਮਿਲਾਇਆ। ਪੱਤਰਕਾਰ ਉਹ ਹੈ ਕਿ ਜਿਹੜਾ ਸਮਾਜ ਦੀ ਗੱਲ ਸਮਾਜ ਨੂੰ ਲੈ ਕੇ ਸਮਾਜ ਨੂੰ ਦੇ ਦਿੰਦਾ। ਡਾਕਟਰ ਅਮਰ ਸਿੰਘ ਆਜ਼ਾਦ ਕੀ ਕਹਿ ਰਹੇ ਨੇ, ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਕੀ ਵਿਚਾਰ ਨੇ, ਉਹ ਮੇਰੇ ਜਿੰਮੇ ਆਇਆ ਕਿ ਮੈਂ ਸਮਾਜ ਦੇ ਜਿਹੜੇ ਰੂਬਰੂ ਕਰਾਂ ਤੇ ਮੈਂ ਉਹ ਸਮਾਜ ਡਾਕਟਰ ਅਮਰ ਸਿੰਘ ਆਜ਼ਾਦ ਸਮਾਜ ਦੇ ਵਿੱਚ ਨੇ, ਸਮਾਜ ਦੀ ਗੱਲ ਸਮਾਜ ਨੂੰ ਲੈ ਕੇ ਮੈਂ ਦਰਸ਼ਕਾਂ ਤੱਕ ਪਹੁੰਚਾ ਦਿੱਤੀ ਤੇ ਉਹ ਜਿਹੜਾ ਉਹ ਦਰਸ਼ਕਾਂ ਤੁਹਾਡੇ ਵਰਗਿਆਂ ਤੱਕ ਪਹੁੰਚੀ ਔਰ ਸਮਾਜ ਦੇ ਹੋਰ ਲੋਕਾਂ ਤੱਕ ਪਹੁੰਚੀ। ਫਾਇਦਾ ਕਿਸ ਨੂੰ ਹੋ ਰਿਹਾ ਇਹ ਜਿਹੜਾ ਦੇਖਣ ਵਾਲੇ ਦੱਸ ਸਕਦੇ ਨੇ, ਲੇਕਿਨ ਮੈਂ ਆਪਣਾ ਹਰ ਬੰਦਾ ਜੇ ਆਪਣਾ ਆਪਣਾ ਫਰਜ਼ ਆਪਣੇ ਆਪਣੇ ਢੰਗ ਨਾਲ ਨਿਭਾਉਂਦਾ ਜਾਵੇ, ਸਮਾਜ ਕਦੇ ਬਿਮਾਰ ਨਹੀਂ ਹੋ ਸਕਦਾ, ਸਮਾਜ ਕਦੇ ਗਲਤ ਰਸਤੇ ਤੇ ਨਹੀਂ ਤੁਰ ਸਕਦਾ। ਔਰ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਹਮੇਸ਼ਾ ਜਿਹੜਾ ਉਹ ਕੰਮ ਕਰਾਂ ਜੋ ਮੈਨੂੰ ਪਰਮਾਤਮਾ ਨੇ ਸੌਂਪਿਆ ਹੋਇਆ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨੂੰ ਸਾਨੂੰ। ਅਸੀਂ ਤੁਹਾਡੇ ਤੋਂ ਇਹੀ ਇੱਛਾਵਾਂ ਰੱਖਾਂਗੇ ਕਿ ਤੁਸੀਂ ਸਮਾਜ ਨੂੰ ਜਿਹੜੇ ਚੰਗੇ ਕੰਮਾਂ ਦੇ ਨੇ ਇਹ ਸਮਾਜ ਦੇ ਵਿੱਚ ਫੈਲਾਓ। ਇਹ ਤੁਹਾਡਾ ਸਭ ਨਾਲੋਂ ਵੱਡਾ ਇੱਕ ਸਹਿਯੋਗ ਵੀ ਹੋਏਗਾ ਔਰ ਸਮਾਜ ਪ੍ਰਤੀ ਇੱਕ ਸ਼ਰਧਾ ਵੀ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਮੈਂ ਇਸ ਵਾਅਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਕਿ ਮੈਂ ਜੋ ਤੁਸੀਂ ਮੇਰੇ ਤੋਂ ਉਮੀਦ ਕੀਤੀ ਹੈ 100 ਕੀ 1000% ਮੈਂ ਉੱਤੇ ਖਰਾ ਉਤਰਾਂਗਾ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਕੁਝ ਹੋਰ ਮਹਿਮਾਨ ਨੇ। ਰਾਜੇਸ਼ ਸਿੰਗਲਾ ਜੀ। ਰਾਜੇਸ਼ ਸਿੰਗਲਾ ਜੀ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨਾਲ ਬਹੁਤ ਨੇੜੇ ਹੋ ਕੇ ਜੁੜੇ ਹੋਏ ਨੇ। ਰਾਜੇਸ਼ ਸਿੰਗਲਾ ਜੀ ਇੱਥੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਸਹਿਯੋਗੀ ਵੀ ਨੇ ਤੇ ਉਹਨਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਜਦੋਂ ਤੁਸੀਂ ਜਾਓਗੇ ਕਿਤੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੇ ਤੇ ਉਹਨਾਂ ਨੂੰ ਉੱਥੇ ਹੀ ਪਾਓਗੇ। ਬਹੁਤ ਸਾਰੇ ਉਹਨਾਂ ਦੇ ਇਹਨਾਂ ਤੋਂ ਜਿਹੜੇ ਲੋਕੀ ਜਿਹੜੀ ਹੈ ਕਈ ਚੀਜ਼ਾਂ ਦੀ ਟ੍ਰੇਨਿੰਗ ਵੀ ਲੈ ਰਹੇ ਨੇ। ਸਿੰਗਲਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਕੁਲਵੰਤ ਜੀ। ਸਿੰਗਲਾ ਸਾਹਿਬ ਇੱਥੇ ਆਏ ਹੋ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਅਸਿਸਟੈਂਟ ਹੋਣ ਦੇ ਨਾਤੇ ਤਾਂ ਤੁਸੀਂ ਇੱਥੇ ਆਉਣਾ ਹੀ ਸੀ। ਚਲੋ ਇਹ ਗੱਲ ਮੰਨੀ, ਕੁਝ ਹਾਸਲ ਵੀ ਕੀਤਾ। ਬਿਲਕੁਲ, ਇਹ ਸਾਰਾ ਜਿਹੜਾ ਕ੍ਰੈਡਿਟ ਹੈ ਡਾਕਟਰ ਅਮਰ ਸਿੰਘ ਆਜ਼ਾਦ ਨੂੰ, ਅਮਰਿੰਦਰ ਦੱਤ ਜੀ ਨੂੰ, ਜਿਨ੍ਹਾਂ ਨੇ ਮਸ਼ਾਲ ਜਲਾਈ। ਬੇਸਿਕਲੀ ਅੱਜ ਤੱਕ ਅਗਰ ਮੈਂ ਲੇਮੈਨ ਦੀ ਗੱਲ ਕਰਾਂ ਤਾਂ ਅਸੀਂ ਖੇਤੀ ਨੂੰ ਇਹ ਸਮਝਦੇ ਸੀ ਵੀ ਆਰਗੈਨਿਕ ਖੇਤੀ ਨੂੰ ਹੀ, ਜਿਸ ਖੇਤ ਦੇ ਵਿੱਚ 10-15 ਸਾਲ ਕੈਮੀਕਲ ਨਹੀਂ ਪਿਆ ਉਸ ਜ਼ਮੀਨ 'ਚ ਜੋ ਵੀ ਉਗੇਗਾ ਉਹ ਆਰਗੈਨਿਕ ਹੋਏਗਾ। ਪਰ ਇੱਥੇ ਤਾਂ ਸਾਡਾ ਆਈ ਓਪਨਰ ਹੋ ਗਿਆ ਕਿ ਜਿਹੜੇ 3 ਤਰ੍ਹਾਂ ਦੇ ਜੀਵ, ਇੱਕ ਧਰਤੀ ਦੇ ਨੀਚੇ ਰਹਿਣ ਵਾਲੇ, ਇੱਕ ਧਰਤੀ ਦੇ ਉੱਪਰ ਤੇ ਉੜਨ ਵਾਲੇ ਜੀਵ, ਤੇ ਨਾਲੇ ਖੇਤੀ ਜਿਹੜੀ ਹੈ ਉਹ ਐਨੂਅਲ ਤੇ ਪੈਰੀਨੀਅਲ। ਐਨੂਅਲ ਮੀਨਸ ਜਿਹੜੀ ਸਾਲ ਬਾਅਦ ਖਤਮ ਹੋ ਜਾਂਦੀ ਹੈ ਤੇ ਪੈਰੀਨੀਅਲ ਜਿਹੜੀ ਲੰਬਾ ਸਮਾਂ ਚੱਲਦੀ ਹੈ। ਤੇ ਇਸ ਆਰਗੈਨਿਕ ਫਾਰਮਿੰਗ ਦਾ ਐਸਾ ਰੂਪ ਜਿਹਦੇ ਵਿੱਚ ਇੱਕ ਟੈਗ ਲਾਈਨ ਹੈ ਕਿ ਜਿਹੜੀ ਜੀਵ ਨੇ ਉਹ ਵਨਸਪਤੀ ਨੂੰ ਪਾਲਣ ਤੇ ਵਨਸਪਤੀ ਹੈ ਉਹ ਜੀਵਾਂ ਨੂੰ ਪਾਲੇ, ਤਾਂ ਉਹ ਜਿਹੜਾ ਸਾਈਕਲ ਹੈ ਉਹ ਰੀਸਾਈਕਲ ਹੋ ਕੇ ਇਸ ਧਰਤੀ ਨੂੰ ਜਿਹੜਾ ਹੈ ਉਹ ਸਵਰਗ ਦੀ। ਇੱਥੇ ਅੱਜ ਇਹ ਲੱਗ ਰਿਹਾ ਵੀ ਅੱਜ ਅਸੀਂ ਨਾ ਬਿਲਕੁਲ ਰਿਲੈਕਸ ਹੋ ਗਏ, ਦਿਮਾਗ ਦੀ ਖਿੜਕੀਆਂ ਖੁੱਲ ਗਈਆਂ ਸਾਡੀਆਂ, ਆਨੰਦ ਆ ਗਿਆ। ਬੜੀ ਦੇਰ ਬਾਅਦ ਅਸੀਂ ਫੀਲ ਕਰ ਰਹੇ ਹਾਂ ਕਿ ਅਸੀਂ ਜੰਨਤ 'ਚ ਵਿਚਰ ਰਹੇ ਹਾਂ। ਔਰ ਇਹਦਾ ਸ਼੍ਰੇਅ ਤੁਹਾਨੂੰ ਵੀ ਜਾਂਦਾ ਕੁਲਵੰਤ ਜੀ। ਤੁਸੀਂ ਨਵੇਂ ਵਿਸ਼ੇ ਲੈ ਕੇ ਨਾਲ ਤੁਰਦੇ ਹੋ ਤੇ ਲੋਕਾਂ ਨੂੰ ਜਾਗਰੂਕ ਕਰਾਉਂਦੇ ਹੋ। ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਸਿੰਗਲਾ ਸਾਹਿਬ। ਇਹ ਜ਼ਿੰਮੇਵਾਰੀ ਮੇਰੇ ਜ਼ਿੰਮੇਵਾਰੀ ਹੈ। ਮੈਂ ਪਰਮਾਤਮਾ ਦਾ ਧੰਨਵਾਦੀ ਹਾਂ ਕਿ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਕਿਸੇ ਨੂੰ ਵੀ ਹੁਕਮ ਲਾ ਸਕਦਾ ਸੀ, ਮੈਨੂੰ ਜ਼ਿੰਮੇਵਾਰੀ ਦਿੱਤੀ ਹੈ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸਾਡੇ ਨਾਲ ਇੱਕ ਮਹਿਮਾਨ ਹੋਰ ਨੇ, ਡਾਕਟਰ ਅਮਰੀਸ਼ ਕਾਂਸਲ। ਇਹ ਪੇਸ਼ੇ ਤੋਂ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ ਡਾਕਟਰੇਟ ਕੀਤੀ ਇਹਨਾਂ ਨੇ। ਸ਼ੁਰੂ ਤਾਂ ਕੀਤੀ ਸੀ ਜ਼ਹਿਰਾਂ ਤੋਂ ਤੇ ਪਰ ਮੁੜ ਗਏ ਨੇ ਇੱਧਰ ਆਰਗੈਨਿਕ ਫਾਰਮਿੰਗ ਤੇ ਜਿਹੜੇ ਆਪਣਾ ਹਰਬਲ ਪ੍ਰੋਡਕਟਸ ਵੱਲ। ਬਹੁਤ ਸਮਾਂ ਇਹਨਾਂ ਨੇ ਪਹਿਲਾਂ ਜ਼ਹਿਰਾਂ ਦੇ ਨਾਲ ਜਿਹੜਾ ਉਹ ਜਿਵੇਂ ਸਮਾਜ ਚਾਹੁੰਦਾ ਸੀ ਉਵੇਂ ਇਹ ਕਰਦੇ ਚਲੇ ਗਏ। ਜੋ ਜਿੰਮਾ ਇਹਨਾਂ ਨੂੰ ਪਰਮਾਤਮਾ ਨੇ ਜਿਵੇਂ ਡਿਊਟੀ ਲਾਈ ਸੀ ਸਟਾਰਟਿੰਗ ਦੇ ਵਿੱਚ ਉਦਾਂ ਦੇ ਚੱਲਦੇ ਚਲੇ ਗਏ। ਲੇਕਿਨ ਹੌਲੀ ਹੌਲੀ ਸਮਝ ਆਈ
ਤੇ ਮੁੜ ਗਏ ਫਿਰ ਆਰਗੈਨਿਕ ਫਾਰਮਿੰਗ ਕਰਨੀ ਤੇ ਮੁੜ ਗਏ ਫਿਰ ਜਿਹੜਾ ਹਰਬਲ ਪ੍ਰੋਡਕਟਸ ਵੱਲ। ਇੱਥੇ ਪਹੁੰਚੇ ਨੇ, ਆਪਾਂ ਇਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਇੱਥੇ ਪਹੁੰਚੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਖਾਸ ਤੌਰ ਤੇ ਡਾਕਟਰ ਅਮਰ ਸਿੰਘ ਆਜ਼ਾਦ ਦਾ, ਜਿਨ੍ਹਾਂ ਨੇ ਮੈਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ, ਤੇ ਉਸ ਤੋਂ ਬਾਅਦ ਕਮਲਜੀਤ ਜੀ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਇੱਥੇ ਆ ਕੇ ਉਹਨਾਂ ਦਾ ਸਾਰਾ ਸਿਸਟਮ ਵੇਖਣ ਦਾ ਬਹੁਤ ਵਧੀਆ ਮੌਕਾ ਮਿਲਿਆ। ਔਰ ਬੜੇ ਹੀ ਅਸੀਂ ਵੱਖਰਾ ਤਰੀਕੇ ਨਾਲ ਅਸੀਂ ਸਾਰੇ ਸਿਸਟਮ ਨੂੰ ਵੇਖਿਆ ਤੇ ਜਾਣਿਆ। ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਹੈ, ਇੱਥੇ ਆ ਕੇ ਨਜ਼ਰ ਆਈ ਵੀ ਇਹਨਾਂ ਨੇ ਆਪਣੀ ਇਹ ਸਾਰਾ ਕੁਝ ਕਰਨ ਦੇ ਵਿੱਚ ਜਿੰਨੀ ਸਟਰਗਲ ਕੀਤੀ, ਉਹ ਸਟਰਗਲ ਤੋਂ ਇਹਨਾਂ ਨੇ ਜੋ ਸਿੱਖਿਆ, ਸਭ ਤੋਂ ਵੱਡੀ ਗੱਲ ਤਾਂ ਇਹ ਅੱਗੇ ਉਹਨੂੰ ਸਪਰੈਡ ਕਰ ਰਹੇ ਨੇ। ਉਹ ਫਾਰਮਰਸ ਦੀ ਟ੍ਰੇਨਿੰਗ ਕਰਕੇ ਉਹਨਾਂ ਨੂੰ ਸਿਖਾ ਰਹੇ ਨੇ ਤਾਂ ਕਿ ਉਹਨਾਂ ਨੂੰ ਉਨੀ ਸਟਰਗਲ ਵਿੱਚੋਂ ਨਾ ਨਿਕਲਣਾ ਪਵੇ। ਉਹ ਆਰਾਮ ਨਾਲ ਉਹ ਆਪਣੇ ਜਿਹੜਾ ਵੀ ਖੇਤੀ ਦਾ ਮਾਡਲ ਹੈ ਉਹਨੂੰ ਸਹੀ ਤਰੀਕੇ ਨਾਲ ਆਰਗੈਨਿਕ ਸਿਸਟਮ ਦੇ ਵਿੱਚੋਂ ਪਾ ਸਕਣ। ਤੇ ਖਾਸ ਤੌਰ ਤੇ ਉਹਨਾਂ ਨੂੰ ਇਹ ਦਰਸਾਇਆ ਜਾਂਦਾ ਕਿ ਕਿਸ ਤਰੀਕੇ ਨਾਲ ਇਹਦੇ ਕੀ ਬੈਨੀਫਿਟਸ ਨੇ, ਕਿਵੇਂ ਹੈ। ਔਰ ਜੋ ਇੱਕ ਡਾਕਟਰੀ ਲਾਈਨ ਦਾ, ਖਾਸ ਤੌਰ ਤੇ ਆਯੁਰਵੇਦਾ ਲਾਈਨ ਦਾ ਔਰ ਆਰਗੈਨਿਕ ਖੇਤੀ ਦਾ ਇੱਥੇ ਆ ਕੇ ਦੇਖਿਆ ਕਿ ਬੜਾ ਹੀ ਗੂੜਾ ਰਿਸ਼ਤਾ ਹੈ। ਇਹਨਾਂ ਨੇ ਕਿੰਨੇ ਤਰ੍ਹਾਂ ਦੀਆਂ ਪ੍ਰਜਾਤੀਆਂ, ਕਿੰਨੇ ਤਰ੍ਹਾਂ ਦੀਆਂ ਸਪੀਸ਼ੀਜ਼ ਆਪਣੇ ਪਲਾਂਟਸ ਦੀਆਂ ਇੱਥੇ ਮੇਨਟੇਨ ਕੀਤੀਆਂ ਹੋਈਆਂ। 100 ਤੋਂ ਉੱਪਰ ਕੋਈ ਕਰੀਬ ਮੈਡੀਸਨਲ ਪਲਾਂਟਸ ਲਏ ਹੋਏ ਨੇ। ਕਈ ਵਾਰੀ ਆਪਾਂ ਨੂੰ ਇਹ ਲੱਗਦਾ ਹੈ ਕਿ ਜੋ ਪਲਾਂਟਸ ਦੀ ਪਿਓਰਿਟੀ ਹੈ ਜਾਂ ਉਹਨਾਂ ਦੇ ਆਰਗੈਨਿਕ ਕਿਸ ਮਾਹੌਲ ਦੇ ਵਿੱਚੋਂ ਪੈਦਾ ਹੋਏ ਨੇ, ਕਿੰਨੀਆਂ ਜ਼ਹਿਰਾਂ ਤੋਂ ਮੁਕਤ ਜਾਂ ਫਰਟੀਲਾਈਜ਼ਰ ਤੋਂ ਮੁਕਤ ਹੋਏ ਨੇ, ਜਾਂ ਜੋ ਇੱਥੇ ਮਾਹੌਲ ਬਣਿਆ ਹੋਇਆ, ਉਹਨੂੰ ਵੇਖ ਕੇ ਤਾਂ ਇਵੇਂ ਲੱਗਦਾ ਕਿ ਬੰਦੇ ਦੀ ਉਮਰ ਜਿਹੜੀ ਪਹਿਲਾਂ 100 ਸਾਲ ਸੀ, ਉਹ 100 ਸਾਲ ਬੰਦਾ ਜੀ ਸਕਦਾ। ਕੋਈ ਐਸੀ ਗੱਲ ਨਹੀਂ ਹੈ। ਆਪਾਂ ਹੁਣ ਪਿਛਲੇ ਕੁਝ ਸਾਲਾਂ ਤੋਂ ਇਹ ਵੇਖ ਰਹੇ ਹਾਂ ਕਿ ਬੰਦੇ ਦੀ ਉਮਰ ਘਟਦੀ ਜਾ ਰਹੀ ਹੈ। ਉਹਦੇ ਪਿੱਛੇ ਕੀ ਫੈਕਟਰ ਕੰਮ ਕਰਦੇ ਨੇ, ਪਰ ਐਸੀ ਕੋਈ ਗੱਲ ਨਹੀਂ। ਅਗਰ ਬੰਦੇ ਨੂੰ ਸਹੀ ਮਾਹੌਲ, ਸਹੀ ਖਾਣਾ ਤੇ ਸ਼ੁੱਧ ਚੀਜ਼ਾਂ ਮਿਲਣ ਤਾਂ ਐਸੀ ਕੋਈ ਗੱਲ ਨਹੀਂ ਵੀ ਬੰਦਾ 100 ਸਾਲ ਨਹੀਂ ਜੀ ਸਕਦਾ। ਕਾਂਸਲ ਸਾਹਿਬ, ਤੁਸੀਂ ਹਰਬਲ ਪ੍ਰੋਡਕਟ ਦੀ ਤੁਸੀਂ ਜਿਹੜੀ ਆ ਉਹ ਪ੍ਰੋਡਕਸ਼ਨ ਵੀ ਕਰਾ ਰਹੇ ਹੋ, ਤੁਸੀਂ ਫਾਰਮ ਹਾਊਸਿਸ 'ਚ ਜਾਂਦੇ ਹੋ, ਬਹੁਤ ਸਾਰੇ ਜਗ੍ਹਾ ਦੇ ਉੱਤੇ ਤੁਸੀਂ ਜਿਹੜੀ ਆ ਕੰਟਰੈਕਟ ਫਾਰਮਿੰਗ ਵੀ ਕਰਾ ਰਹੇ ਹੋ। ਉਹ ਜਿਹੜੀ ਕੰਟਰੈਕਟ ਫਾਰਮਿੰਗ, ਉਹ ਫਾਰਮ ਹਾਊਸਿਸ ਤੇ ਇਸ ਫਾਰਮ ਹਾਊਸ ਕਿੰਨਾ ਕੁ ਫਰਕ ਨਜ਼ਰ ਆ ਰਿਹਾ? ਹਾਂ, ਦੇਖੋ ਇਸ ਤਰ੍ਹਾਂ ਹੈ ਵੀ ਇੱਕ ਤਾਂ ਕਮਰਸ਼ੀਅਲਾਈਜੇਸ਼ਨ ਹੁੰਦੀ ਹੈ ਕਿਸੇ ਵੀ ਚੀਜ਼ ਦੀ। ਇੱਕ ਤਾਂ ਠੀਕ ਹੈ, ਆਪਾਂ ਕੰਟਰੈਕਟ ਫਾਰਮਿੰਗ ਕਰਦੇ ਹਾਂ, ਕਿਸੇ ਜਗ੍ਹਾ ਤੇ ਕੋਈ ਫਸਲ ਉਗਾ ਲਈ ਤੇ ਉਹ ਫਸਲ ਪ੍ਰੋਕਿਓਰ ਕਰ ਲਈ ਤੇ ਉਸ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਕਰ ਲਈ। ਲੇਕਿਨ ਆਰਗੈਨਿਕ ਖੇਤੀ ਇਹ ਇੱਕ ਜਨੂਨ ਦੇ ਨਾਲ ਹੋ ਰਹੀ ਹੈ। ਜੋ ਮੈਂ ਇੱਥੇ ਆ ਕੇ ਮਹਿਸੂਸ ਕੀਤਾ ਵੀ ਜੋ ਚੀਜ਼ ਵੀ ਆਪਾਂ ਨੇਚਰ ਤੋਂ ਲੈ ਰਹੇ ਹਾਂ, ਉਹ ਨੇਚਰ ਨੂੰ ਉਸੇ ਸ਼ੇਪ ਦੇ ਵਿੱਚ ਵਾਪਸ ਕਰ ਰਹੇ ਹਾਂ। ਸਭ ਤੋਂ ਵੱਡੀ ਬਿਊਟੀ ਇੱਥੇ ਦੇਖੀ ਕਿ ਇੱਥੇ ਕਮਰਸ਼ੀਅਲਾਈਜੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਗਰ ਉਹਦੀ ਕੋਈ ਯੀਲਡ ਘਟ ਰਹੀ ਹੈ ਤਾਂ ਕੋਈ ਮੈਟਰ ਨਹੀਂ ਕਰ ਰਿਹਾ, ਲੇਕਿਨ ਉਹਦੀ ਪਿਓਰਿਟੀ ਮੈਟਰ ਕਰ ਰਹੀ ਹੈ। ਉਹਦੀ ਜਿਹੜੀ ਆਰਗੈਨਿਕ ਉਹਦਾ ਜੋ ਉਹ ਹੈ, ਉਹ ਚੀਜ਼ ਮੈਟਰ ਕਰ ਰਹੀ ਹੈ ਵੀ ਚੀਜ਼ ਪਿਓਰ ਹੈ। ਕਿਸੇ ਵੀ ਦਵਾਈ ਦੇ ਵਿੱਚ ਪੈਣੀ ਹੈ ਜਾਂ ਕੋਈ ਮੈਡੀਸਨਲ ਪਲਾਂਟਸ ਨੇ, ਉਹਦੇ ਕੋਲ ਡਰਾਈ ਲੀਵਸ ਪੈਦਾ ਹੋਣੇ ਆ। ਈਵਨ ਮੈਂ ਤਾਂ ਇੱਥੇ ਤੱਕ ਵੀ ਨੋਟਿਸ ਕੀਤਾ ਵੀ ਇਹਨਾਂ ਕੋਲ ਜਿਹੜਾ ਡੀਹਾਈਡਰੇਸ਼ਨ ਦਾ ਸਿਸਟਮ ਲੱਗਿਆ ਹੋਇਆ, ਉਹ ਵੀ ਸੋਲਰ ਹੈ। ਆਮ ਤੌਰ ਤੇ ਮੈਂ ਦੂਸਰੀਆਂ ਫੈਕਟਰੀਜ਼ ਦੇ ਵਿੱਚ ਦੇਖਿਆ ਵੀ ਉਹ ਆਮ ਤੌਰ ਤੇ ਹੀਟਰ ਲੱਗੇ ਆ, ਹੋਰ ਲੱਗੇ ਆ, ਪੱਕੇ ਲੱਗੇ ਆ। ਲੇਕਿਨ ਇੱਥੇ ਜੋ ਵੀ ਚੀਜ਼ ਡੀਹਾਈਡਰੇਟ ਹੋ ਰਹੀ ਹੈ, ਚਾਹੇ ਉਹ ਸਬਜ਼ੀਆਂ ਡੀਹਾਈਡਰੇਟ ਹੋ ਰਹੀਆਂ, ਚਾਹੇ ਮੈਡੀਸਨਲ ਪਲਾਂਟਸ ਦੇ ਪੱਤੇ ਡੀਹਾਈਡਰੇਟ ਹੋ ਰਹੇ ਨੇ, ਹਰ ਇੱਕ ਚੀਜ਼ ਹੀ ਸੋਲਰ ਸਿਸਟਮ ਨਾਲ ਹੋ ਰਹੀ ਹੈ, ਤਾਂ ਕਿ ਕਿਸੇ ਤਰੀਕੇ ਦੀ ਵੀ, ਕਿਸੇ ਵੀ ਤਰ੍ਹਾਂ ਦੀ ਉਹਦੀ ਨਿਊਟ੍ਰੀਸ਼ਨਲ ਵੈਲਿਊ ਦਾ ਜਿਹੜਾ ਲਾਸ ਹੈ ਉਹ ਬਿਲਕੁਲ ਵੀ ਨਹੀਂ ਹੋ ਰਿਹਾ। ਤੇ ਉਹ ਅਗਰ ਹੁਣ ਮੈਂ ਇਹ ਗੱਲ ਸਮਝ ਸਕਦਾ ਕਿ ਅਗਰ ਉਹਨਾਂ ਦਵਾਈਆਂ ਦਾ ਇਸਤੇਮਾਲ ਹੁਣ ਅੱਗੇ ਆਯੁਰਵੇਦ ਦੇ ਵਿੱਚ ਹੋਏਗਾ ਤੇ ਉਹ ਆਪਣੇ ਆਪ ਹੀ ਉਹਨਾਂ ਦੀ ਐਫੀਕੇਸੀ ਦਾ ਲੈਵਲ ਹੈ ਉਹ ਦੂਸਰੀਆਂ ਦਵਾਈਆਂ ਨਾਲੋਂ ਜ਼ਿਆਦਾ ਆਏਗਾ। ਤੁਹਾਡੇ ਮਨ 'ਚ ਨਹੀਂ ਆਇਆ ਵੀ ਯਾਰ ਜੇ ਮੈਂ ਰॉ ਮਟੀਰੀਅਲ ਲੈਣਾ ਤਾਂ ਮੈਨੂੰ ਇੱਥੋਂ ਲੈਣਾ ਚਾਹੀਦਾ? ਹਾਂ, ਮੈਂ ਸਗੋਂ ਕਮਲਜੀਤ ਜੀ ਨਾਲ ਗੱਲ ਕੀਤੀ ਹੈ। ਮੈਂ ਬਹੁਤ ਤਰ੍ਹਾਂ ਦਾ ਰॉ ਮਟੀਰੀਅਲ ਜਿਹੜਾ ਹੈ ਪ੍ਰੋਕਿਓਰ ਕਰਦਾ, ਅਲੱਗ-ਅਲੱਗ ਸਟੇਟਸ ਤੋਂ ਵੀ ਕਰਦਾ, ਕਈ ਜਗ੍ਹਾ ਕੰਟਰੈਕਟ ਫਾਰਮਿੰਗ ਵੀ ਕਰਾਨਾ। ਪਰ ਮੈਂ ਹੁਣ ਅੱਜ ਇਹ ਗੱਲ ਦੇਖੀ ਹੈ, ਮੈਂ ਇਹਨਾਂ ਨਾਲ ਬੈਠ ਕੇ ਅਗਰ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਈ ਚੀਜ਼ਾਂ ਪਲਾਨ ਵੀ ਕਰੂੰਗਾ ਇਹਨਾਂ ਦੇ ਨਾਲ ਕਿ ਜੋ ਚੀਜ਼ਾਂ ਸਾਨੂੰ ਇੱਥੋਂ ਨੈਚੁਰਲ ਵੇ 'ਚ ਮਿਲਦੀਆਂ ਉਹ ਅਸੀਂ ਬਾਹਰਲੀ ਸਟੇਟ 'ਚੋਂ ਕਿਉਂ ਲੈਣੀਆਂ। ਅਸੀਂ ਇਹ ਇੱਥੋਂ ਸਗੋਂ ਆਪਣੇ ਬੰਦਿਆਂ ਨੂੰ ਅਸੀਂ ਪ੍ਰਮੋਟ ਕਰੀਏ। ਇਹਨਾਂ ਨੂੰ ਅਸੀਂ ਅਗਰ ਗਾਈਡ ਕਰਕੇ ਕਿਸੇ ਹੋਰ ਜਗ੍ਹਾ ਆਪਣੀ ਕੋਈ ਨਵੇਂ ਹੋਰ ਮੈਡੀਸਨਲ ਪਲਾਂਟਸ ਦੀ ਸਾਨੂੰ ਖੇਤੀ ਹੈ, ਅਗਰ ਉਹ ਪੰਜਾਬ 'ਚ ਹੋ ਸਕਦੀ ਹੈ ਤੇ ਇਹ ਇੱਥੇ ਇੱਕ ਬਹੁਤ ਅੱਛਾ ਮਾਹੌਲ ਹੈ ਔਰ ਇਹ ਬੜੇ ਅਗਾਂਹ ਵਧੂ ਫਾਰਮਰ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਵਿੱਚ ਅੱਗੇ ਵੱਧ ਸਕਦੇ ਨੇ। ਤੇ ਸਾਡਾ ਫਰਜ਼ ਇਹ ਬਣਦਾ ਵੀ ਅੱਜ ਪੰਜਾਬ ਦਾ ਜੋ ਕਿਸਾਨ ਹੈ ਜਾਂ ਜੋ ਵੀ ਆਯੁਰਵੇਦ ਇੰਡਸਟਰੀ ਹੈ, ਉਹਨਾਂ ਨੂੰ ਅਗਰ ਕੋਈ ਮੈਡੀਸਨਲ ਪਲਾਂਟਸ ਬਾਹਰੋਂ ਲੈਣੇ ਪੈਂਦੇ ਆ ਤਾਂ ਉਹਨਾਂ ਨੂੰ ਬਾਹਰੋਂ ਨਾ ਲੈਣੇ ਪੈਣ, ਉਹਨਾਂ ਨੂੰ ਆਪਣੇ ਇਨ ਹਾਊਸ ਹੀ ਪ੍ਰੋਡਕਸ਼ਨ ਇੱਥੇ ਮਿਲੇ ਪੰਜਾਬ ਦੇ ਵਿੱਚ, ਤਾਂ ਕਿ ਉਹਨਾਂ ਦੀ ਜਿਹੜੀ ਕੋਈ ਫਰੇਟ ਕਾਸਟ ਹੈ, ਹੋਰ ਹੈ 20 ਤਰ੍ਹਾਂ ਦੀ ਕਾਸਟਿੰਗ ਪੈਂਦੀ ਹੈ, ਉਹ ਸਾਰੀ ਉਹਨਾਂ ਦੀ ਬਚੇ ਤੇ ਇਹਦਾ ਜਿਹੜਾ ਸਿੱਧੇ ਤੌਰ ਤੇ ਬੈਨੀਫਿਟ ਹੈ ਜਿਹੜਾ ਉਹ ਕੰਜ਼ਿਊਮਰ ਨੂੰ ਹੋਵੇ। ਬਹੁਤ ਧੰਨਵਾਦ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ, ਕਿੱਦਾਂ ਇੱਥੇ ਆ ਕੇ ਇੱਕ ਟੂਰਿਜ਼ਮ ਬਣਦਾ ਚਲਾ ਜਾ ਰਿਹਾ। ਨਾ ਸਿਰਫ ਟੂਰਿਜ਼ਮ ਬਣਦਾ ਚਲਾ ਜਾ ਰਿਹਾ, ਨਾ ਬਲਕਿ ਇੱਥੇ ਦੇ ਜਿਹੜੇ ਜਿੰਨੇ ਵੀ ਲੋਕ ਪਹੁੰਚ ਰਹੇ ਨੇ ਉਹ ਆਪਣੇ ਢੰਗ ਨਾਲ
ਇਸ ਨੂੰ ਆਪਣੇ ਆਪਣੇ ਨਜ਼ਰੀਏ ਨਾਲ ਦੇਖ ਰਿਹਾ। ਜੇ ਕਿਸਾਨ ਆ ਰਿਹਾ ਤਾਂ ਉਹ ਆਪਣੇ ਨਜ਼ਰੀਏ ਨਾਲ ਦੇਖ ਰਿਹਾ ਵੀ ਮੈਂ ਇਸ ਦੇ ਉੱਤੋਂ ਕੀ ਹਾਸਲ ਕਰਕੇ ਜਾ ਸਕਦਾ। ਜੇ ਕੋਈ ਵਪਾਰੀ ਆ ਰਿਹਾ ਤਾਂ ਉਹ ਮੈਂ ਦੇਖ ਸਕਦਾ ਉਹ ਆਪਣੇ ਸਿਸਟਮ ਦੇ ਨਾਲ ਕੰਪੇਅਰ ਕਰਕੇ ਦੇਖਦਾ ਵੀ ਮੈਂ ਰॉ ਮਟੀਰੀਅਲ ਕਿੱਥੋਂ ਲੈ ਰਿਹਾ ਸੀ, ਮੈਨੂੰ ਜਿਹੜਾ ਰॉ ਮਟੀਰੀਅਲ ਮਿਲ ਰਿਹਾ ਸੀ ਉਹ ਇਹਦੇ ਨਾਲ ਕੰਪੇਅਰ ਕਰਕੇ ਦੇਖਾਂ ਤਾਂ ਉਹਦਾ ਮੈਨੂੰ ਕਿੰਨਾ ਕੁ ਬੈਨੀਫਿਟ ਹੋ ਰਿਹਾ, ਉਹਦੇ ਨਾਲੋਂ ਇਹ ਕਿੰਨਾ ਬੈਟਰ ਹੈਗਾ। ਜੇ ਥੋੜਾ ਮਹਿੰਗਾ ਜਾਂ ਸਸਤਾ, ਉਹ ਮਹਿੰਗੇ ਸਸਤੇ ਦੇ ਚੱਕਰ 'ਚ ਨਾ ਪੈ ਕੇ ਉਹ ਕਹੇਗਾ ਮੈਨੂੰ ਸ਼ੁੱਧ ਚੀਜ਼ ਚਾਹੀਦੀ ਹੈ, ਜੇ ਸ਼ੁੱਧ ਚੀਜ਼ ਚਾਹੀਦੀ ਹੈ ਤਾਂ ਮੈਨੂੰ ਇੱਥੋਂ ਹੀ ਲੈਣੀ। ਤਾਂ ਹਰ ਬੰਦਾ ਆਪਣੇ ਆਪਣੇ ਨਜ਼ਰੀਏ ਨਾਲ ਇੱਥੇ ਆ ਕੇ ਇਸ ਹਰ ਐਂਗਲ ਤੋਂ ਦੇਖਦਾ ਹੈ, ਤੇ ਜਦੋਂ ਉਸ ਐਂਗਲ ਤੋਂ ਦੇਖ ਕੇ ਉਹਦੀ ਬੁੱਧੀ 'ਚ ਗੱਲ ਪੈਂਦੀ ਹੈ ਤਾਂ ਉਹਦੇ ਮੂੰਹ 'ਚੋਂ ਨਾ ਸਿਰਫ ਇਹ ਨਿਕਲਦਾ ਕਿ ਮੈਂ ਉਰੀ ਆਉਣਾ, ਮੈਂ ਇੱਥੋਂ ਕਿਸੇ ਹੋਰ ਪਾਸੇ ਨਹੀਂ ਜਾਣਾ, ਬਲਕਿ ਇੱਕ ਵਾਰ ਮਨ 'ਚੋਂ ਨਿਕਲਦਾ ਕਿ ਵਾਹ ਕੀ ਬਾਤ ਹੈ। ਤੇ ਇੱਥੋਂ ਹੀ ਜਿਹੜਾ ਉਹ ਸਾਰੀਆਂ ਚੀਜ਼ਾਂ ਸਾਨੂੰ ਮਿਲ ਸਕਦੀਆਂ ਨੇ, ਨਾ ਸਿਰਫ ਮਨ ਦੀ ਸ਼ਾਂਤੀ, ਨਾ ਸਿਰਫ ਸਾਨੂੰ ਖਾਣਾ ਸ਼ੁੱਧ, ਨਾ ਸਿਰਫ ਵਾਤਾਵਰਨ ਸ਼ੁੱਧ, ਨਾ ਸਿਰਫ ਸਾਨੂੰ ਪ੍ਰੋਡਕਟ ਜਿੰਨੇ ਵੀ ਇੱਥੋਂ ਮਿਲਣੇ ਨੇ ਉਹ ਹਰ ਚੀਜ਼ ਸਾਨੂੰ ਜਿਹੜੀ ਹੈ ਉਹ ਸ਼ੁੱਧ ਮਿਲਦੀ ਹੈ। ਕਸ਼ਮੀਰ ਬਾਰੇ ਬਹੁਤ ਕੁਝ ਕਿਹਾ ਗਿਆ ਕਿ ਅਗਰ ਜੇ ਧਰਤੀ ਦੇ ਉੱਤੇ ਸਵਰਗ ਹੈ ਤਾਂ ਉਹ ਇੱਥੇ ਹੀ ਹੈ। ਪਰ ਦੋਸਤੋ ਮੈਂ ਤੁਹਾਨੂੰ ਅੱਜ ਇੱਕ ਕੈਮਰੇ ਦੇ ਉੱਤੇ ਗੱਲ ਕਹਿ ਰਿਹਾ ਕਿ ਉਹ ਵੀ ਗੱਲ ਝੂਠ ਨਹੀਂ ਹੈ ਤੇ ਇਹ ਵੀ ਗੱਲ ਝੂਠ ਨਹੀਂ ਹੈ ਕਿ ਜੇਕਰ ਧਰਤੀ ਦੇ ਉੱਤੇ ਕਿਤੇ ਸਵਰਗ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਆਓ, ਤੁਹਾਨੂੰ ਵੀ ਇੱਥੇ ਜ਼ਰੂਰ ਤੁਹਾਨੂੰ ਸਵਰਗ ਨਜ਼ਰ ਆਏਗਾ। ਕਸ਼ਮੀਰ 'ਚ ਜਾ ਕੇ ਤੁਸੀਂ ਇਹ ਦੇਖਦੇ ਹੋ ਕਿ ਉੱਥੇ ਪਹਾੜੀਆਂ ਨੇ, ਉੱਥੇ ਨਜ਼ਾਰੇ ਨੇ, ਇੱਥੇ ਆ ਕੇ ਤੁਸੀਂ ਕੁਦਰਤ ਦੇ ਬਹੁਤ ਨੇੜੇ ਹੋ ਜਾਂਦੇ ਹੋ। ਤੇ ਜਦੋਂ ਕੁਦਰਤ ਦੇ ਨੇੜੇ ਹੋਵੋਗੇ ਸਵਰਗ ਸਿਰਫ ਉੱਥੇ ਹੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਸ ਵੀਡੀਓ ਦਾ ਪਬਲਿਕ ਤੱਕ ਹਰ ਸ਼ਖਸ ਤੱਕ ਪਹੁੰਚਣਾ ਜ਼ਰੂਰੀ ਹੈ, ਕਿਉਂਕਿ ਇਹੋ ਵੀਡੀਓ ਹੈ ਜਿਹੜਾ ਜਰੀਆ ਬਣੇਗੀ ਘਰ ਘਰ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕਿ ਸਾਨੂੰ ਜੇਕਰ ਸ਼ੁੱਧ ਖੇਤੀ ਦੇ ਵਿੱਚੋਂ, ਸ਼ੁੱਧ ਆਰਗੈਨਿਕ ਫਾਰਮਿੰਗ ਦੇ ਵਿੱਚੋਂ ਸ਼ੁੱਧ ਚੀਜ਼ਾਂ ਲੈਣੀਆਂ ਨੇ ਤਾਂ ਉਸ ਦੇ ਪਿੱਛੇ ਦੀ ਜਿਹੜੀ ਉਹ ਮਿਹਨਤ ਕਿਹੜੀ ਹੈ ਤੇ ਸਾਨੂੰ ਕੀ ਕਰਨਾ ਪਵੇਗਾ ਤਾਂ ਕਿ ਜਿਹੜਾ ਅਸੀਂ ਵੀ ਇਸ ਸਿਸਟਮ ਦੇ ਵਿੱਚ ਢਲ ਕੇ ਆਪਣੇ ਸਮਾਜ ਨੂੰ ਤੰਦਰੁਸਤ ਕਰ ਸਕੀਏ, ਆਪਣੀ ਸਿਹਤ ਠੀਕ ਕਰ ਸਕੀਏ, ਆਪਣੀ ਧਰਤੀ ਜਿਹੜਾ ਉਸ ਦੀ ਸਿਹਤ ਸੁਧਾਰ ਸਕੀਏ, ਆਪਣੇ ਵਾਤਾਵਰਣ ਦੀ ਸਿਹਤ ਸੁਧਾਰ ਸਕੀਏ, ਆਪਣੀ ਮਾਨਸਿਕ ਸਿਹਤ ਸੁਧਾਰ ਸਕੀਏ, ਹਰ ਤਰ੍ਹਾਂ ਦੀ ਜਿਹੜੀ ਆ ਉਹ ਚੀਜ਼ ਦੇ ਵਿੱਚ ਸੁਧਾਰ ਆਵੇ। ਤੇ ਜੇਕਰ ਇਹ ਸਾਰਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।